तो गल साहब जिवें वकील साहब ने बचे साहब ने जी गल कही कहते जी फड़ के अंदर देना चाहिए FIR होगी FIR दे विच ना है। देखो FIR बयान देने ते FIR होंदी है। FIR जो इनकुआरी लग जाती है उसके बाद इनकुआरी दे विच कदे किसी को कोई फड़दा नहीं। जो इनकुआरी मतलब पूर्ण होके और जी हो जाए पहले तो वकील भी ने इन्होंने इस चीज का भी पता होना चाहिए है। प्रोफेसर साहब ने पूछो कि साडे नाल 1 साल तो की चंगी हो रही है कि साडे घरां दे अगे धरने ਅਸੀਂ ਕਿਸੇ ਦੇ ਵਿਆਹ ਜਾਂ ਸ਼ਾਦੀ ਚਲੇ ਜਾਈਏ ਉੱਥੇ ਘੇਰਾ ਪਾ ਕੇ ਵਿਆਹ ਖਰਾਬ ਕਰ ਦਿੱਤਾ ਜਾਂਦਾ ਹੈ। ਸਾਡੇ ਐਮਐਲਏ ਦੇ ਕੱਪੜੇ ਪਾੜ ਦਿੱਤੇ ਗਏ ਉਹ ਤੁਹਾਨੂੰ ਨਹੀਂ ਦਿਖਦਾ ਕਿਸ ਤਰ੍ਹਾਂ ਦੇ ਹਾਲਾਤ ਹਰਿਆਣੇ 'ਚ ਇੱਕ ਸੀਐਮ ਹੈ ਕਦੋਂ ਤੱਕ ਘਰੇ ਬੈਠਣਗੇ। ਦੂਜਾ ਮੈਂ ਕਿਉਂ ਕਹਿ ਰਿਹਾ ਕਿ ਇਹਨਾਂ ਨੂੰ ਤੁਰੰਤ ਫੜਨਾ ਚਾਹੀਦਾ ਹੈ ਕਿਉਂਕਿ ਉਹ ਬਹੁਤ ਵੱਡੇ ਇਨਫਲੂਐਂਸ ਜਿਹੜਾ ਹੈਗਾ ਗਵਾਹਾਂ ਨੂੰ ਸਾਰੇ ਉਹਨਾਂ ਨੂੰ ਤਫਤੀਸ਼ ਨੂੰ ਉਹ ਡੀਰੇਲ ਕਰ ਸਕਦੇ ਨੇ। ਇਹ ਕੋਈ ਛੋਟਾ ਮੋਟਾ ਮੁਲਜ਼ਮ ਨਹੀਂ ਹੈਗਾ। ਗ੍ਰਹਿ ਮੰਤਰੀ ਨੇ ਉਹਦਾ ਮੁੰਡਾ ਹੈਗਾ ਤੇ ਸਾਰੇ ਜਿਹੜੇ ਮੁਲਜ਼ਮ ਨੇ ਉਹ ਤਫਤੀਸ਼ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਹਦੇ ਵਿੱਚ ਅਗਰ ਤੁਸੀਂ ਨਿਰਪੱਖ ਜਿਹੜੀ ਹੈਗੀ ਹੈ ਤਫਤੀਸ਼ ਜਿਹੜੀ ਹੈਗੀ ਆਪਾਂ ਉਹਦੀ ਆਸ ਕਰੀਏ ਜੇਕਰ ਤਾਂ ਇੱਕ ਸਿਟਿੰਗ ਸੁਪਰੀਮ ਕੋਰਟ ਜੱਜ ਸਾਹਿਬ ਦੀ ਜਿਹੜੀ ਹੈਗੀ ਹੈ ਦੇਖ ਰੇਖ ਦੇ ਵਿੱਚ ਤਫਤੀਸ਼ ਹੋਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈਗਾ। फिर जे ये गल आ कि किसानां नूं दोष देण दी जगह जानी जी तुसी ते गरेवाल साहब तुहाडी ड्यूटी लाई सी तुसी उत्थे होम मिनिस्टर ते प्राइम मिनिस्टर दी कोठी सामने धरना मार के बैठ दे कि देखो साडी हालत बड़ी है खराब साडा काफिया तंग होया तुसी किसानां दी गल नूं क्यों नहीं मनदे। 10 महीने थोड़े हुंदे आ उत्थे सड़कां ते बैठे आ किसान किहनूं दरदे आ उत्थे। ਇੰਨਾ ਕੁਝ ਦੇਸ਼ 'ਚ ਹੋ ਗਿਆ ਵਿਰੋਧੀ ਪਾਰਟੀਆਂ ਕਿਸਾਨ ਨੌਜਵਾਨ ਸਾਰੇ ਜਗ੍ਹਾ ਸਾਰਾ ਦੇਸ਼ ਦੇ ਵਿੱਚ ਉਛਾਲਾ ਹੋਇਆ। ਪ੍ਰਧਾਨ ਮੰਤਰੀ ਨੇ ਮੂੰਹ ਕਿਉਂ ਨਹੀਂ ਖੋਲਿਆ ਵੀ ਮੈਨੂੰ ਜੇ ਜੋ ਤੁਸੀਂ ਗੱਲ ਕਹਿ ਰਹੇ ਆ ਸਾਨੂੰ ਅਫਸੋਸ ਆ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਉਹਨਾਂ ਦਾ ਬਿਆਨ ਆਉਣਾ ਚਾਹੀਦਾ ਸੀ। ਨਜ਼ਰੀਏ ਦੀ ਜੋ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ। ਲਖੀਮਪੁਰ ਦੀ ਮੰਦਭਾਗੀ ਘਟਨਾ ਜਿਹਦੇ ਚ ਗੱਡੀ ਹੇਠਾਂ ਕੇ ਕਿਸਾਨ ਜਿਸ ਤਰੀਕੇ ਨਾਲ ਦਰੜੇ ਗਏ ਹੈ ਕੌਮੀ ਪੱਧਰ ਤੇ ਦੇਸ਼ ਦੇ ਜਮਹੂਰੀ ਸੰਵਿਧਾਨਕ ਢਾਂਚੇ ਤੇ ਉੱਠ ਰਹੇ ਬਹੁਤ ਸਾਰੇ ਸਵਾਲ। ਇਸ ਗੈਰ ਮਾਨਵੀ ਕਾਰੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਵੀ ਬਹੁਤ ਕੁਝ ਆਖ ਰਹੀ ਹੈ। ਪੀੜਤ ਜਿਹੜੇ ਪਰਿਵਾਰ ਹੈ ਉਹਨਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਤੇ ਉਸਦੇ ਬੇਟੇ ਵੱਲੋਂ ਸਿੱਧੇ ਤੌਰ ਤੇ ਇਹ ਕਾਰਵਾਈ ਜਿਹੜੀ ਕੀਤੀ ਗਈ ਉਹਦੇ ਲਈ ਉਹ ਜ਼ਿੰਮੇਵਾਰ ਨੇ। ਵਿਰੋਧੀ ਤਰ੍ਹਾਂ ਵੱਖਰੀ ਗੱਲ ਹੈ ਕਿ ਨਿਸ਼ਾਨੇ ਤੇ ਲੈ ਰਹੀਆਂ ਕੇਂਦਰ ਦੀ ਸਰਕਾਰ ਨੂੰ ਤੇ ਦੂਜੇ ਪਾਸੇ ਹਾਕਮ ਧਿਰ ਦਾ ਕਹਿਣਾ ਹੈ ਕਿ ਇਹਦੇ ਤੇ ਵਿਰੋਧੀ ਧਿਰਾਂ ਵੱਲੋਂ ਰਾਜਸੀ ਰੋਟੀਆਂ ਸੇਕੀਆਂ ਜਾ ਰਹੀਆਂ। ਖੈਰ ਰਾਜਸੀ ਧਿਰਾਂ ਦੀ ਰਾਏ ਵੱਖਰੋ ਵੱਖਰੀ ਹੋ ਸਕਦੀ ਹੈ। ਮੈਂ ਦਰਸ਼ਕਾਂ ਦੇ ਧਿਆਨ ਵਿੱਚ ਚੰਡੀਗੜ੍ਹ ਦੇ ਇੱਕ ਬਹੁਤ ਵੱਡੇ ਅੰਗਰੇਜ਼ੀ ਦੇ ਮੀਡੀਆ ਗਰੁੱਪ ਦਾ ਜਿਹੜਾ ਅਖਬਾਰ ਹੈ ਉਹਦਾ ਸੰਪਾਦਕੀ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਬਹਿਸ ਸ਼ੁਰੂ ਕਰਨ ਤੋਂ ਪਹਿਲਾਂ ਉਹਨੇ ਆਪਣੇ ਸੰਪਾਦਕੀ ਸਾਫ਼ ਤੌਰ ਤੇ ਲਿਖਿਆ ਹੈ ਕਿ ਜਦੋਂ ਇਹ ਮੰਦਭਾਗੀ ਕਾਰਾ ਵਾਪਰਿਆ ਉਸ ਮੌਕੇ ਤੇ ਪ੍ਰਧਾਨ ਮੰਤਰੀ ਜੀ ਲਖਨਊ ਵਿੱਚ ਸਨ ਤੇ ਉਹਨਾਂ ਵੱਲੋਂ ਇੱਕ ਸ਼ਬਦ ਵੀ ਜਿਹੜਾ ਕਿ ਉਚਰਿਆ ਨਹੀਂ ਗਿਆ। ਸੰਪਾਦਕੀ 'ਚ ਇਹ ਵੀ ਹੈ ਕਿ ਦੇਸ਼ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਦੇ ਦੀ ਜਗ੍ਹਾ ਕੈਬਨਿਟ ਵਿੱਚ ਨਹੀਂ ਸਗੋਂ ਲਖੀਮਪੁਰ ਦੇ ਥਾਣੇ 'ਚ ਹੋਣੀ ਚਾਹੀਦੀ ਹੈ। ਬਹੁਤ ਘੱਟ ਮੌਕੇ ਹੁੰਦੇ ਆ ਮੈਂ ਬੀਂਗ ਜਰਨਲਿਸਟ ਇਹ ਗੱਲ ਕਹਿ ਸਕਦਾ ਕਿ ਜਦੋਂ ਇੰਨਾ ਸਖਤ ਕੋਈ ਸੰਪਾਦਕੀ ਲਿਖਿਆ ਜਾਂਦਾ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਖਾਸ ਮਹਿਮਾਨ ਮੇਰੀ ਬੇਨਤੀ ਪ੍ਰਵਾਨ ਕਰਕੇ ਜੁੜ ਚੁੱਕੇ ਆ। ਸਰਜੀਤ ਸਿੰਘ ਸਵੈਜ ਜੀ ਨੇ ਕਾਂਗਰਸ ਪਾਰਟੀ ਦੇ ਬੁਲਾਰੇ ਹੈ। ਸੁਨੀਲ ਕੁਮਾਰ ਜਾਨੀ ਜੀ ਭਾਜਪਾ ਦੇ ਬੁਲਾਰੇ ਤਾਂ ਹਨ ਹੀ ਪਰ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਏ ਨੇਤਾ। ਪ੍ਰੋਫੈਸਰ ਮਨਜੀਤ ਸਿੰਘ ਕਿਸਾਨੀ ਸੰਘਰਸ਼ ਨਾਲ ਸਿੱਧੇ ਜੁੜੇ ਹੋਏ ਆਗੂ ਤੇ ਰਾਜਸੀ ਵਿਸ਼ਲੇਸ਼ਕ ਤਿੰਨਾਂ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਪੈਨਲ ਤੇ ਆਉਣ ਲਈ ਸਾਰਿਆਂ ਦੀ ਤਰਫ ਤੋਂ ਜੀ ਆਖਦਾ ਵੈਲਕਮ ਕਰਦਾ। ਜਾਨੀ ਸਾਹਿਬ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਲਖੀਮਪੁਰ ਦਾ ਜਿਹੜਾ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਜਿਸ ਤਰੀਕੇ ਨਾਲ ਕਿਸਾਨ ਗੱਡੀ ਹੇਠਾਂ ਆ ਕੇ ਦਰੜੇ ਗਏ ਹੈ ਸ਼ਾਇਦ ਦੇਸ਼ ਦੀ ਆਜ਼ਾਦੀ ਦੇ ਇਤਿਹਾਸ 'ਚ
ਇਹ ਪਹਿਲਾ ਮੌਕਾ ਹੈ ਜਦੋਂ ਹਾਕਮ ਧਿਰ ਤੇ ਇਦਾਂ ਦੇ ਦੋਸ਼ ਲੱਗੇ ਹੋਣ ਕਿ ਉਹਨਾਂ ਦੀਆਂ ਗੱਡੀਆਂ ਨੇ ਕਿਸਾਨਾਂ ਨੂੰ ਆਪਣੇ ਹੇਠਾਂ ਆਪਣੀਆਂ ਗੱਡੀਆਂ ਦੇ ਟਾਇਰਾਂ ਹੇਠ ਲੈ ਕੇ ਕੁਚਲ ਦਿੱਤਾ ਹੋਵੇ। ਇਹੋ ਜਿਹੇ ਵਰਤਾਰੇ ਨੂੰ ਜਾਨੀ ਜੀ ਤੁਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਲੋਕਾਂ ਨਾਲ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਏ ਹੋ, ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ ਜਾਨੀ ਜੀ? ਦੇਖੋ, ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ। ਦੇਖੋ, ਇਸ ਤਰ੍ਹਾਂ ਦੀ ਘਟਨਾ ਸਾਡੇ ਵਾਸਤੇ, ਦੇਸ਼ ਵਾਸਤੇ, ਸੂਬੇ ਵਾਸਤੇ ਔਰ ਸਾਡੇ ਭਾਈਚਾਰੇ ਵਾਸਤੇ ਬਹੁਤ ਮਾੜੀ ਹੈ, ਔਰ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ। ਔਰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਦੁੱਖ ਵੀ ਹੋਣਾ ਚਾਹੀਦਾ ਹੈ। ਪਰ ਗੱਲ ਇਹ ਕਿ ਇਹਦੇ ਵਿੱਚ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਗਲਤ ਹੋ ਰਹੀ ਹੈ। ਮਤਲਬ ਇਨਕੁਆਇਰੀ ਜਿਹੜੀ ਹੈ ਉਹ ਇੱਕ ਹਾਈ ਲੈਵਲ ਤੇ ਇੱਕ ਅੱਛੀ ਇਨਕੁਆਇਰੀ ਹੋ ਕੇ ਉਹਦੇ ਵਿੱਚ ਕੋਈ ਵੀ ਗੁਨਾਹਗਾਰ ਹੋਵੇ, ਭਾਵੇਂ ਕੋਈ ਕਿਸੇ ਕਿਤੇ ਵੱਡੇ ਤੋਂ ਵੱਡਾ ਬੰਦਾ ਹੋਵੇ, ਭਾਵੇਂ ਛੋਟਾ ਹੋਵੇ, ਜਦੋਂ ਤੱਕ ਸਹੀ ਇੰਨੀ ਮੂਵਮੈਂਟ ਦੇ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਸਪਸ਼ਟ ਕੁਝ ਨਹੀਂ ਕਿਹਾ ਜਾ ਸਕਦਾ। ਜਿਸ ਤਰ੍ਹਾਂ ਕੋਈ ਲੀਡਰ ਕਹਿੰਦਾ ਹੈ ਵੀ ਆਹ ਕਰੋ ਉਹ ਕਰੋ, ਤੇ ਜਦੋਂ ਤੱਕ ਸਪਸ਼ਟ, ਜਦੋਂ ਇਨਕੁਆਇਰੀ ਹੋਏਗੀ ਉਹਦੇ ਵਿੱਚ ਸਪਸ਼ਟ ਜਦੋਂ ਗੱਲ ਸਾਹਮਣੇ ਆਏਗੀ ਔਰ ਉਹਦੀ ਕਾਰਵਾਈ ਹੋਏਗੀ ਤਾਂ ਆਪਾਂ ਸਾਰੇ ਦੇਖਾਂਗੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਗੁਨਾਹ ਕਰਨੀ ਚਾਹੀਦੀ ਹੈ। ਇਹਦੇ ਵਿੱਚ ਆਪਾਂ ਕਦੇ ਵੀ ਕੋਈ ਵੀ ਬੰਦਾ ਇਸ ਚੀਜ਼ ਤੋਂ ਪਾਸੇ ਨਹੀਂ ਜਾ ਸਕਦਾ। ਪਰ ਇਨਕੁਆਇਰੀ ਤੋਂ ਪਹਿਲਾਂ ਕੋਈ ਗੱਲ ਕਰਨੀ ਮੈਨੂੰ ਨਹੀਂ ਲੱਗਦੀ ਉਚਿਤ ਹੈ। ਔਰ ਜੋ ਗੱਲ ਕਰ ਰਹੇ ਉਹ ਆਪਣੀ ਰਾਜਨੀਤਿਕ ਰੋਟੀਆਂ ਸੇਕ ਰਹੇ ਹੈ। ਜਿਸ ਦਿਨ ਘਟਨਾ ਹੋਈ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਤੇ ਇਹ ਆਪਣੀਆਂ ਰੋਟੀਆਂ ਸੇਕਣ ਵਾਸਤੇ ਸਾਰੇ ਜਿਹੜੇ ਆ ਲੱਗੇ ਹੋਏ ਨੇ। ਠੀਕ ਹੈ, ਮਾੜੀ ਹੈ ਘਟਨਾ, ਮੰਦਭਾਗੀ ਹੈ, ਗੱਲ ਨਹੀਂ ਹੋਣੀ ਚਾਹੀਦੀ ਹੈ। ਭਾਵੇਂ ਉੱਥੇ 8 ਬੰਦਿਆਂ ਦੀ ਹੈ ਤਾਂ ਸਾਰੇ ਸਾਡੇ ਹੀ ਹੈ, ਕਿਸੇ ਹੋਰ ਦੇ ਨਹੀਂ ਹੈ, ਸਾਡੇ ਦੇਸ਼ ਦੇ ਹੈ, ਸਾਡੇ ਭਰਾ ਨੇ, ਸਾਡੇ ਮਿੱਤਰ ਨੇ, ਸਾਡੇ ਸੱਜਣ, ਸਾਰੇ ਸਾਡੇ ਨੇ। ਸਾਰੇ ਇਨਸਾਨਾਂ ਦਾ ਸਾਨੂੰ ਦੁੱਖ ਹੈ। ਪਰ ਦੁੱਖ ਦੇ ਇਲਾਵਾ ਕੀ ਹੈ ਕਿ ਇਹਦੇ ਵਿੱਚ ਇੱਕ ਸਾਫ਼ ਸੁਥਰੀ ਗੱਲ ਤਾਂ ਮਤਲਬ ਇਨਕੁਆਇਰੀ ਹੋ ਕੇ ਆਏਗੀ। ਜਦੋਂ ਇਨਕੁਆਇਰੀ ਹੋਏਗੀ ਉਦੋਂ ਜੇ ਕਾਰਵਾਈ ਕੋਈ ਨਾ ਕਰੇ, ਜੇ ਕਿਤੇ ਪੱਖਪਾਤ ਹੁੰਦਾ ਹੋਵੇ ਤਾਂ ਸਾਨੂੰ ਜ਼ਰੂਰ ਆਵਾਜ਼ ਉਠਾਉਣੀ ਚਾਹੀਦੀ ਹੈ ਵੀ ਆਹ ਪੱਖਪਾਤ ਹੋ ਰਿਹਾ ਹੈ। ਜਦੋਂ ਸਾਨੂੰ ਮੈਂ ਇੱਕ ਰਾਜਨੀਤੀ ਤੌਰ ਤੇ ਕਿਸੇ ਤੇ ਐਲੀਗੇਸ਼ਨ ਲਾਵਾਂ, ਕਾਂਗਰਸ ਤੇ ਲਾਵਾਂ, ਆਮ ਆਦਮੀ ਪਾਰਟੀ ਤੇ, ਉਹ ਰਾਜਨੀਤੀ ਰੋਟੀ ਸੇਕਣ, ਉਹ ਅੱਛੀ ਗੱਲ ਨਹੀਂ ਹੈ। ਜਦੋਂ ਇੱਕ ਇਨਕੁਆਇਰੀ ਹੋ ਕੇ ਸਾਹਮਣੇ ਆਏਗੀ, ਅਗਰ ਕੋਈ ਉਹਦੇ ਵਿੱਚ ਪਿੱਛੇ ਲੱਗੇ ਵੀ ਇਹ ਗੜਬੜ ਹੈ, ਉੱਥੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਇਹਦੇ ਵਿੱਚ ਦੇਖੋ, ਗੁਨਾਹਗਾਰ ਤਾਂ ਗੁਨਾਹਗਾਰ ਹੈ, ਭਾਵੇਂ ਕੁਰਸੀ ਤੇ ਬੈਠੇ। ਇਹ ਪ੍ਰਜਾਤੰਤਰ ਦੇਸ਼ ਦੇ ਵਿੱਚ ਕਾਨੂੰਨ ਜਿਹੜਾ ਹੈ ਸਭ ਵਾਸਤੇ ਬਰਾਬਰ ਹੈ। ਜਾਨੀ ਜੀ, ਇੱਕ ਸਵਾਲ ਜਿਹੜਾ ਮੈਂ ਅੱਗੇ ਜਾਣ ਤੋਂ ਪਹਿਲਾਂ ਜ਼ਰੂਰ ਲੈਣਾ ਚਾਹਾਂਗਾ। ਹੁਣ ਜਿਹੜਾ ਮੈਂ ਸਵਾਲ ਲੈ ਰਿਹਾ ਪੋਲੀਟੀਕਲ ਪਾਰਟੀਆਂ ਵੱਲੋਂ ਨਹੀਂ, ਤੁਸੀਂ ਪੰਜਾਬ ਦੇ ਬਹੁਤ ਇੱਕ ਸੁਲਝੇ ਹੋਏ, ਲੰਬੇ ਸਮੇਂ ਤੋਂ ਪੰਜਾਬ ਦੀਆਂ ਵੱਖ-ਵੱਖ ਘਟਨਾਵਾਂ, ਰਾਜਨੀਤੀ ਨਾਲ ਜੁੜੇ ਹੋਏ ਆਗੂ ਹੋ। ਜੇ ਸੰਪਾਦਕੀ ਦੀ ਮੈਂ ਗੱਲ ਕਰ ਰਿਹਾ, ਉਹਨਾਂ ਨੇ ਕਿਹਾ ਕਿ ਜਦੋਂ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਹੋਵੇ ਉਹਦੇ ਤੇ ਏਦਾਂ ਦਾ ਐਲੀਗੇਸ਼ਨ ਉੱਠੇ ਤਾਂ ਉਹਦੀ ਜਗ੍ਹਾ ਫਿਰ ਕੈਬਨਿਟ 'ਚ ਨਹੀਂ ਹੋਣੀ ਚਾਹੀਦੀ। ਬੜਾ ਪਾਵਰਫੁਲ ਜੇ ਗ੍ਰਹਿ ਮੰਤਰੀ ਦੇ ਉੱਤੇ ਇਦਾਂ ਦੀ ਗੱਲ ਆਵੇ। ਜਾਨੀ ਜੀ ਦੇਖੋ, ਤੁਸੀਂ ਇੱਕ ਸੁਲਝੇ ਵੀ ਆਗੂ ਹੋ, ਗ੍ਰਹਿ ਮੰਤਰੀ ਤੇ ਇਦਾਂ ਦੀ ਗੱਲ ਆਵੇ ਤਾਂ ਉਹ ਕਹਿੰਦੇ ਫਿਰ ਕਿੱਦਾਂ ਹੇਠਾਂ ਇਨਸਾਫ, ਜਿਹੜਾ ਨਿਆਂ, ਜਿਹੜਾ ਪ੍ਰਸ਼ਾਸਨ ਹੈ, ਤੰਤਰ ਹੈ, ਉਹ ਤਾਂ ਸਾਰਾ ਉਹਨਾਂ ਦੇ ਹੇਠਾਂ ਹੀ ਜੁੜਿਆ ਹੋਇਆ ਨਾ ਜੀ, ਕੰਮ ਕਰਦਾ ਹੈ। ਇਸ ਕਰਕੇ ਉਹ ਕਹਿੰਦੇ ਕਿ ਇਹਨੂੰ ਪਾਸੇ ਹੋਣਾ ਚਾਹੀਦਾ। ਜੇ ਉਹ ਬਿਲਕੁਲ ਤੁਸੀਂ ਠੀਕ ਕਹਿੰਦੇ ਹੋ ਕਿ ਜੇ ਉਹਦਾ ਇਨਕੁਆਇਰੀ ਦੇ ਬਾਅਦ ਕੋਈ ਨਾਂ ਨਹੀਂ ਆਏਗਾ ਤਾਂ ਜੁਆਇਨ ਕਰ ਸਕਦਾ ਹੈ, ਪਰ ਇੱਕ ਵਾਰੀ ਤਾਂ ਪਾਸੇ ਹੋਣਾ ਚਾਹੀਦਾ ਹੈ। ਇਹ ਗੱਲ ਮੀਡੀਆ ਵੱਲੋਂ ਕਹੀ ਗਈ ਹੈ ਇੱਕ ਵੱਡੇ ਅਖਬਾਰ ਦੇ ਸੰਪਾਦਕੀ 'ਚ। ਜੀ ਜਾਨੀ ਜੀ, ਜਦੋਂ ਇਨਕੁਆਇਰੀ ਹੋਏਗੀ, ਸਿੱਟ ਬਣ ਚੁੱਕੀ ਹੈ ਔਰ ਸਿੱਟ ਦੇ ਵਿੱਚ ਅੱਜ ਜਿਹੜੀ ਹੈ ਨਾ ਜੀ, ਕੋਈ ਚੀਜ਼ ਛੁਪੀ ਨਹੀਂ ਰਹਿੰਦੀ। ਦੇਖੋ, ਸਾਰਾ ਜਿਹੜਾ ਕੋਈ ਨਾ ਕੋਈ ਹੋਰ ਜਿਹੜੀ ਹੈ ਉਹ ਮੂਵੀਆਂ ਵੀ ਆ ਜਾਣਗੀ, ਉਹ ਬੰਦਾ ਸੀਗਾ ਕਿ ਉੱਥੇ ਨਹੀਂ ਸੀਗਾ। ਔਰ ਇਨਕੁਆਇਰੀ ਹੋਣ ਦੇ ਬਾਅਦ ਜੇ ਅਗਰ ਕਾਰਵਾਈ ਨਾ ਹੋਵੇ ਤਾਂ ਅਸੀਂ ਆਪਾਂ ਫਿਰ ਗੱਲ ਕਰੀਏ। ਜੋ ਇਨਕੁਆਇਰੀ ਤੋਂ ਪਹਿਲਾਂ ਕਿਸੇ ਨੂੰ ਗੁਨਾਹਗਾਰ ਕਹਿਣਾ ਜਾਂ ਕਿਸੇ ਨੂੰ ਰਾਜਨੀਤੀ ਤੌਰ ਤੇ ਕਿਸੇ ਨੂੰ ਉਹ ਗੱਲ ਠੀਕ ਨਹੀਂ ਹੈ। ਸਿੱਟ ਬਣ ਗਈ ਤਾਂ ਸਾਨੂੰ ਕੋਈ ਇੰਤਜ਼ਾਰ ਵੀ ਕਰਨਾ ਚਾਹੀਦਾ ਨਾ। ਸਿੱਟ ਨੇ ਜਦੋਂ ਉਹਦਾ ਟਾਈਮ ਬੰਦਿਆ ਗਿਆ ਔਰ ਸਿੱਟ ਨੇ ਰਿਪੋਰਟ ਦੇ ਦੇਣੀ ਹੈ। ਜਦੋਂ ਰਿਪੋਰਟ ਆ ਜਾਏਗੀ ਉਹਦੇ ਵਿੱਚ ਉਹ ਗੁਨਾਹਗਾਰ ਹੋਣਗੇ, ਉਹਦੇ ਬਾਅਦ ਅਗਰ ਕੁਰਸੀ ਤੇ ਰਹਿਣਗੇ ਤਾਂ ਆਪਾਂ ਨੂੰ ਗੱਲ ਅੱਛੀ ਵੀ ਨਹੀਂ ਲੱਗਣੀ ਔਰ ਆਪਾਂ ਉਹਨੂੰ ਸਜ਼ਾ ਮਿਲਣੀ ਵੀ ਚਾਹੀਦੀ ਹੈ, ਭਾਵੇਂ ਕੋਈ ਹੋਵੇ, ਛੋਟੇ ਤੋਂ ਛੋਟਾ ਹੋਵੇ, ਵੱਡਾ ਤੋਂ ਵੱਡਾ ਹੋਵੇ। ਕਾਨੂੰਨ ਕਿਸੇ ਨੂੰ ਨਹੀਂ ਬਖਸ਼ਦਾ। ਤੁਹਾਡੀ ਗੱਲ ਆ ਗਈ ਹੈ ਮੁੱਦੇ ਤੇ ਜਿਸ ਤੇ ਜਾਨੀ ਜੀ ਗੱਲ ਹੈ। ਮੈਂ ਤੁਹਾਡੇ ਤੋਂ ਸਵਾਲ ਲੈਣ ਲੱਗਾ, ਜੋ ਐਡਾ ਵੱਡਾ ਕਾਰਾ ਵਾਪਰਿਆ, ਮੰਦਭਾਗੀ ਘਟਨਾ, ਜਾਨੀ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਸਾਹਮਣੇ ਆ ਜਾਏਗਾ। ਇਸ ਤੋਂ ਪਹਿਲਾਂ ਕੋਈ ਐਲੀਗੇਸ਼ਨ ਲਗਾਉਣ ਤੇ ਰਾਸ਼ੀ ਰੋਟੀਆਂ ਸੇਕਣ ਵਾਲੀ ਗੱਲ। ਜੀ ਸਵੈਤ ਜੀ। ਸਿੱਧੂ ਸਾਹਿਬ, ਇਹ ਗੱਲਾਂ ਕਰਨੀਆਂ ਬੜੀਆਂ ਆਸਾਨ ਨੇ। ਜੈਨੀ ਸਾਹਿਬ ਬੜੇ ਸੁਲਝੇ ਹੋਏ ਨੇ, ਲੇਕਿਨ ਇਹਨਾਂ ਦੀ ਮਜਬੂਰੀ ਹੈ ਕਿ ਪਾਰਟੀ ਨੂੰ ਡਿਫੈਂਡ ਕਰ ਰਹੇ ਨੇ।
मैं राजनीतिक गल जी बाद च करांगा, पहला बतौर वकील गल करता है। परचा हो गया, गृह मंत्री का जो स्टेट मिनिस्टर उनका नाम है विच, उन्होंने मुंडे का नाम हैगा, वीडियोज आ गई ने, ਤੇ ਇਹ ਜਿਹੜੀ ਗੱਡੀ ਕਿਵੇਂ ਪਿੱਛੋਂ ਜਾ ਕੇ ਲੋਕਾਂ ਦੇ ਚੜਾਈ ਗਈ ਹੈਗੀ ਆ। ਇਦਾਂ ਦਾ ਕਤਲੇਆਮ ਕਦੇ ਨਹੀਂ ਦੇਖਿਆ ਕਿ ਸਰਕਾਰ ਦੇ ਜਿਹੜੇ ਹੈਗੇ ਆ ਨੁਮਾਇੰਦਿਆਂ ਦਾ ਜਿਹੜਾ ਕਾਫਲਾ, ਗ੍ਰਹਿ ਮੰਤਰੀ ਜਿਹੜਾ ਹੈਗਾ ਸਟੇਟ ਦਾ, ਕੋਈ ਛੋਟੀ ਗੱਲ ਨਹੀਂ ਹੁੰਦੀ। ਸੈਂਟਰ ਗਵਰਨਮੈਂਟ ਦਾ ਜਿਹੜਾ ਮਿਨਿਸਟਰ ਸਟੇਟ ਹੋਮ ਮਿਨਿਸਟਰ ਹੈਗਾ, ਕੋਈ ਛੋਟਾ ਅਫਸਰ ਨਹੀਂ ਹੈਗਾ, ਕੋਈ ਛੋਟਾ ਮੰਤਰੀ ਨਹੀਂ ਹੈਗਾ। ਉਹਦੇ ਕਾਫਲੇ ਦੀਆਂ ਗੱਡੀਆਂ, ਉਹਦਾ ਮੁੰਡਾ ਵਿੱਚ ਹੋਵੇ ਤੇ ਇਦਾਂ ਲੋਕਾਂ ਦੇ ਚੜਾ ਕੇ ਕਤਲ ਕੀਤਾ ਜਾਵੇ, ਪਰਚਾ ਹੋ ਗਿਆ ਹੋਵੇ, ਉਹਦਾ ਨਾਂ ਵਿੱਚ ਹੋਵੇ ਤੇ ਹੁਣ ਤੀਕਰ ਉਹਦਾ ਅਸਤੀਫਾ ਨਾ ਆਇਆ ਹੋਵੇ ਤੇ ਨਾ ਉਹਨੂੰ ਅਰੈਸਟ ਕੀਤਾ ਹੋਵੇ, ਨਾ ਉਹਦੇ ਮੁੰਡੇ ਨੂੰ ਅਰੈਸਟ ਕੀਤਾ, ਨਾ ਉਹਨੂੰ ਅਰੈਸਟ ਕੀਤਾ। ਤੇ ਇਹ ਤਾਂ ਹੋਰ ਵੀ ਕਤਲ ਨਾਲੋਂ ਵੀ ਜ਼ਿਆਦਾ ਵੱਡਾ ਗੁਨਾਹ ਕਰ ਰਹੀ ਹੈਗੇ ਯੂਪੀ ਸਰਕਾਰ ਵੀ, ਯੂਪੀ ਦੀ ਪੁਲਿਸ ਵੀ ਤੇ ਕੇਂਦਰ ਦੀ ਸਰਕਾਰ ਵੀ। ਇੱਕ ਹੋਰ ਗੱਲ ਦੇਖੋ, ਪ੍ਰਧਾਨ ਮੰਤਰੀ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ, ਕੋਈ ਦੁੱਖ ਦਰਦ ਉਹਨਾਂ ਨੇ ਪ੍ਰਗਟ ਨਹੀਂ ਕੀਤਾ। ਅਮਿਤ ਸ਼ਾਹ ਜੀ ਦਾ ਹੁਣ ਤੱਕ ਕੋਈ ਬਿਆਨ ਨਹੀਂ ਆਇਆ, ਕੋਈ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ ਹੈਗਾ। ਤੇ ਅਦਰਵਾਈਜ਼ ਹਮੇਸ਼ਾ ਅੰਨਦਾਤਾ ਕਰਦੇ ਫਿਰਦੇ ਨੇ, ਹੁਣ ਤੱਕ ਕਰਦੇ ਆਏ ਨੇ। ਤੇ ਐਡੀ ਵੱਡੀ ਘਟਨਾ ਤੋਂ ਬਾਅਦ ਇਹ ਗੱਲਾਂ ਨਾ ਹੋਈਆਂ ਹੁਣ, ਇਹ ਕੀ ਦਰਸਾ ਰਹੀਆਂ ਨੇ? ਇਹ ਸਿਰਫ ਤੇ ਇੱਕੋ ਗੱਲ ਦਰਸਾ ਰਹੀਆਂ ਨੇ ਕਿ ਇਹ ਪ੍ਰੀ ਪਲਾਨਡ ਕੌਨਸਪੀਰੇਸੀ ਕਰਕੇ ਇਹ ਸਾਰਾ ਕਾਰਾ ਕੀਤਾ ਗਿਆ। ਇਹ ਜਲਿਆਂਵਾਲਾ ਬਾਗ ਅੱਜ ਰਿਪੀਟ ਕੀਤਾ ਗਿਆ, ਉੱਥੇ ਜਿਹੜਾ ਐਡਾ ਵੱਡਾ ਕਾਰਾ ਹੋਇਆ, ਕਤਲੇਆਮ ਜਿਹੜਾ ਕੀਤਾ ਗਿਆ ਕਿਸਾਨਾਂ ਦਾ, ਤੇ ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਹੈਗੀ। ਅਗਰ ਇਹ ਸੱਚੇ ਨੇ, ਅਗਰ ਇਹਨਾਂ ਨੂੰ ਕੋਈ ਆਪਣੇ ਦੇਸ਼ ਦੀ, ਆਪਣੀ ਜਨਤਾ ਨਾਲ, ਦੇਖੋ ਸਰਕਾਰ ਜਿਹੜੀ ਲੋਕ ਹੁੰਦੇ ਨੇ, ਸਰਕਾਰ ਦੀ ਉਹ ਜਨਤਾ ਹੁੰਦੇ ਨੇ, ਸਿਟੀਜ਼ਨਸ ਨੇ, ਆਪਾਂ ਸਿਟੀਜ਼ਨਸ ਹਾਂ। ਦੇਸ਼ ਸਾਡਾ ਜਿਹੜਾ ਹਕੂਮਤ ਹੈਗੀ ਹੈ, ਸਾਡਾ ਸੰਵਿਧਾਨ ਹੈਗਾ, ਸੰਵਿਧਾਨ ਗਵਰਨ ਕਰਦਾ, ਰੂਲ ਆਫ ਲਾਅ ਗਵਰਨ ਕਰਦਾ ਸਾਨੂੰ। ਤੇ ਐਡੀ ਵੱਡੀ ਘਟਨਾ ਤੋਂ ਬਾਅਦ ਬਾਈ ਨੇਮ ਐਫਆਈਆਰ ਦੇ ਵਿੱਚ ਹੁਣ ਤੱਕ ਕੋਈ ਕਾਰਵਾਈ ਨਾ ਹੋਣਾ, ਪ੍ਰਧਾਨ ਮੰਤਰੀ ਵੱਲੋਂ ਕੋਈ ਬਿਆਨ ਨਾ ਆਉਣਾ, ਅਮਿਤ ਸ਼ਾਹ ਜੀ ਵੱਲੋਂ ਹੋਮ ਮਿਨਿਸਟਰ ਕੋਈ ਬਿਆਨ ਨਾ ਆਉਣਾ, ਇਹ ਦਰਸਾਉਂਦਾ ਹੈਗਾ, ਸਾਰੀਆਂ ਗੱਲਾਂ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਹੈ, ਇਹ ਲੋਕਾਂ ਨੂੰ ਖੁਦ ਜਿਹੜੀ ਹੈਗੀ ਹੈ ਕੁਚਲਣ ਦਾ ਕੰਮ ਕਰ ਰਹੀ ਹੈ, ਕੁਚਲਣ ਦਾ। ਇਸ ਤੋਂ ਵੱਡਾ ਜਿਹੜਾ ਹੈਗਾ ਹੋਰ ਕੋਈ ਜਿਹੜਾ ਆਪਾਂ ਕੋਈ ਵਰਡ ਜਿਹੜਾ ਯੂਜ਼ ਨਹੀਂ ਕਰ ਸਕਦੇ ਹੈਗੇ। ਬਹੁਤ ਵੱਡਾ ਜਿਹੜਾ ਗੁਨਾਹ ਕੀਤਾ ਹੈਗਾ, ਤੇ ਹਾਲੇ ਵੀ ਉਹਨੂੰ ਪੋਚਾ ਫੇਰ ਤੇ ਲੱਗੇ ਹੋਏ ਨੇ, ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਹਿਲਾਂ ਇੱਕ ਆਇਆ ਸੀ ਕਿ ਦੇਖੋ ਜੀ ਇਹ ਤਾਂ ਉੱਥੇ ਹੈ ਹੀ ਨਹੀਂ ਸੀ ਮੁੰਡਾ। ਦੂਜੀ ਗੱਲ ਸੀਗੀ ਕਿ ਦੇਖੋ ਜੀ ਇਹਦਾ, ਤੁਸੀਂ ਦੇਖੋ ਜੀ, ਮੈਂ ਸਾਰੇ ਇੱਕ ਮਿੰਟ ਮੈਂ ਲਵਾਂਗਾ ਤੁਹਾਡਾ। ਇਹਨਾਂ ਦਾ ਜਿਹੜਾ ਗੋਦੀ ਮੀਡੀਆ ਹੁਣ ਤੁਸੀਂ ਕਵੀ ਨੂੰ ਉਲਟਾ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਿੱਥੋਂ ਤੱਕ ਗਏ, ਕਿੱਥੋਂ ਤੱਕ ਇਹਨਾਂ ਦੀ ਜਿਹੜੀ ਹੈਗੀ ਹੈ ਲੋਕਾਂ ਨਾਲ ਧਰੋਹ ਕਰਨ ਦੀ, ਕਿਸਾਨਾਂ ਨਾਲ ਧਰੋਹ ਕਰਨ ਦੀ ਜਿਹੜੀ ਹੈਗੀ ਸਾਜ਼ਿਸ਼। ਤੁਹਾਡੀ ਗੱਲ ਆ ਗਈ, ਬਿਲਕੁਲ ਤੁਹਾਡੀ ਗੱਲ ਆ ਗਈ। ਜੀ ਜੈਨੀ ਜੀ, ਮੈਂ ਮਾਫੀ ਚਾਹੁੰਦਾ ਤੁਹਾਡੇ ਵੱਲੋਂ। ਪ੍ਰੋਫੈਸਰ ਮਨਜੀਤ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ, ਆਪਾਂ ਉਹਨਾਂ ਦੇ ਕਮੈਂਟਸ ਵੀ ਲੈ ਲਈਏ। ਪ੍ਰੋਫੈਸਰ ਮਨਜੀਤ ਸਿੰਘ ਜੀ, ਮਾਮਲਾ ਤੁਹਾਡੇ ਸਾਹਮਣੇ ਹੈ, ਲਖੀਮਪੁਰ 'ਚ ਜੋ ਕੁਝ ਵਾਪਰਿਆ ਉਸ ਮੁੱਦੇ ਤੇ ਗ੍ਰਹਿ ਮੰਤਰੀ ਤੇ ਉਸਦੇ ਬੇਟੇ ਦਾ ਨਾਂ ਤਾਂ ਆ ਹੀ ਰਿਹਾ, ਤੇ ਨਾਲ ਵੱਡੀ ਪੱਧਰ ਤੇ ਇਨਸਾਫ ਤੇ ਨਿਆਂ ਦੀ ਗੱਲ ਕਰਦਿਆਂ ਕੇਂਦਰ ਸਰਕਾਰ ਤੇ ਵੀ ਜਿਹੜੇ ਹੈਗੀਆਂ ਉਂਗਲੀਆਂ, ਸਵਾਲ ਉੱਠ ਰਹੇ ਹੈ। ਜੀ ਪ੍ਰੋਫੈਸਰ। ਦੇਖੋ ਸਿੱਧੂ ਸਾਹਿਬ, ਮੈਨੂੰ ਇੰਜ ਲੱਗਦਾ ਕਿ ਸ਼ਾਇਦ ਉਹਦੀ ਛੁੱਟੀ ਹੋ ਜੂਗੀ। ਜੇ ਨਹੀਂ ਹੁੰਦੀ ਤਾਂ ਅਮਿਤ ਸ਼ਾਹ ਤੇ ਸਾਡੇ ਪ੍ਰਧਾਨ ਮੰਤਰੀ ਵੀ ਇਸ ਕੌਨਸਪੀਰੇਸੀ 'ਚ ਲੋਕ ਸਮਝਣਗੇ ਕਿ ਉਹ ਸ਼ਾਮਲ ਹੈ। ਅੱਜ ਉਹਨਾਂ ਦੀ ਅਜੇ ਮਿਸ਼ਰਾ ਦੀ ਮੀਟਿੰਗ ਹੋਈ ਹੈ ਆਪਣੇ ਹੋਮ ਮਿਨਿਸਟਰ ਨਾਲ, ਅਮਿਤ ਸ਼ਾਹ ਦੇ ਨਾਲ। ਹੋ ਸਕਦਾ ਇਹਦੇ ਤੇ ਜਿੱਥੇ ਚਰਚਾ ਹੋਈ ਹੋਵੇ, ਨਾਲ ਉਹਨੂੰ ਕਿਹਾ ਹੋਵੇ ਕਿ ਤੂੰ ਥੋੜ੍ਹੀ ਘੱਟੋ ਘੱਟ ਕੁਛ ਦੇਰ ਲਈ ਬਾਹਰ ਹੋ ਜਾ। ਜੇ ਉਹਨੂੰ ਬਿਲਕੁਲ ਬਰਖਾਸਤ ਨਹੀਂ ਕੀਤਾ ਜਾਂਦਾ ਤੇ ਸਸਪੈਂਡ ਕੀਤਾ ਜਾਏ ਕੁਛ ਟਾਈਮ ਲਈ, ਜਦ ਤੱਕ ਇਨਕੁਆਇਰੀ ਹੈ। ਇਸ ਕਿਸਮ ਦਾ ਕੁਛ ਹੋਣਾ ਚਾਹੀਦਾ ਜੇ ਲੋਕਾਂ ਨੂੰ ਸ਼ਾਂਤ ਕਰਨਾ। ਅਗਲੀ ਗੱਲ, ਜਦੋਂ 25 ਸਤੰਬਰ ਨੂੰ 2 ਦਿਨ ਪਹਿਲਾਂ ਜਦੋਂ ਭਾਰਤ ਬੰਦ ਹੋਣਾ ਸੀ, ਇਹੋ ਜਿਹੀਆਂ ਸਟੇਟਮੈਂਟਾਂ ਇਸ ਮਿਨਿਸਟਰ ਵੱਲੋਂ ਆਈਆਂ, ਧਮਕੀ ਭਰੀਆਂ, ਔਰ ਉਹ ਵੀਡੀਓ ਕਿਸਾਨ ਲੀਡਰਾਂ ਤੱਕ ਵੀ ਪਹੁੰਚਾਈਆਂ ਗਈਆਂ ਕਿ ਅਸੀਂ ਦੇਖ ਲਾਂਗੇ। ਫਿਰ ਇਹ ਵੀ ਧਮਕੀ ਦਿੱਤੀ ਕਿ ਜਿਹੜੇ ਮੇਰੇ ਬਾਰੇ ਜਾਣਨਾ ਚਾਹੁੰਦੇ ਆ, ਮੈਂ ਜਦੋਂ ਮਿਨਿਸਟਰ ਬਣਨ ਤੋਂ ਪਹਿਲਾਂ ਕੀ ਸੀਗਾ, ਉਹ ਜਾਣਨ ਉੱਥੇ ਕਿ ਮੈਂ ਕੀ ਸੀ। ਉਹਦੇ ਵਿੱਚ ਜਦੋਂ ਟਕਾਇਤ ਨੇ ਅੱਜ ਦੱਸਿਆ ਵੀ ਇਹ ਕੀ ਸੀ, ਇਹ ਖੈਰ ਦੀ ਲੱਕੜੀ ਜਿਹੜੀ ਵੀ ਕੱਥਾ ਜੇ ਚੋਂ ਨਿਕਲਦਾ ਤੇ ਚੰਦਨ ਦੀ ਲੱਕੜੀ ਦਾ ਸਮਗਲਰ ਸੀ, ਔਰ ਨਾਲ ਹੀ ਜਿਹੜਾ ਯੂਰੀਆ ਨੇਪਾਲ ਦੇ ਨਾਲ ਉੱਥੇ ਉਹ ਵੀ ਯੂਰੀਏ ਦਾ ਵੀ ਸਮਗਲਿੰਗ ਕਰਦਾ ਸੀ। ਇਸ ਕਿਸਮ ਦੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ, ਜਿਹੜੇ ਇਸ ਕਿਸਮ ਦੇ ਸਮਗਲਰ ਹੋਣ,
ਕ੍ਰਿਮੀਨਲ ਮਾਈਂਡਸੈਟ ਦੇ ਬੰਦੇ ਹੋਣ, ਉਹ ਹੋਮ ਮਿਨਿਸਟਰ ਬਣੇ ਹੋਣ ਯੂਪੀ ਤੋਂ, ਤੇ ਯੋਗੀ ਜੀ ਕਿਹਦੀਆਂ ਗੱਲਾਂ ਕਰਦੇ ਕਿ ਅਸੀਂ ਗੁੰਡਾਗਰਦੀ ਖਤਮ ਕਰਤੀ ਹੈ ਜੀ, ਅਸੀਂ ਸਾਰੇ ਜਿਹੜੇ ਉੱਥੇ ਬੜੇ ਬੜੇ ਗੈਂਗ ਸੀਗੇ ਉਹਨਾਂ ਨੂੰ ਖਤਮ ਕਰਤਾ। ਇਹ ਜੇ 25 ਤਰੀਕ ਨੂੰ ਜਦੋਂ ਸਟੇਟਮੈਂਟ ਆਈ ਸੀ ਪ੍ਰਧਾਨ ਮੰਤਰੀ ਵੱਲੋਂ ਜਾਂ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਵੱਲੋਂ, ਉਦਣ ਹੀ ਇਸ ਬੰਦੇ ਨੂੰ ਸੈਂਸਰ ਕਰਨਾ ਚਾਹੀਦਾ ਸੀਗਾ। ਇਹ ਸਾਫ਼-ਸਾਫ਼ ਲਿੰਕ ਬੈਠਦੇ ਹੈਗੇ, ਉੱਥੇ ਗੱਲ ਨਹੀਂ ਗੀ ਹੈਗੀ। ਜਦੋਂ ਉੱਥੇ ਲਖੀਮਪੁਰ 'ਚ ਇਹ ਹੋ ਰਿਹਾ ਤੇ ਇੱਥੇ ਖੱਟੜ ਸਾਹਿਬ ਆਪਣੇ ਪਾਰਟੀ ਦੇ ਬੰਦਿਆਂ ਨੂੰ ਵੰਗਾਰ ਕੇ ਕਹਿ ਰਹੇ ਆ ਕਿ ਲਾਠੀਆਂ ਨੂੰ ਤੇਲ ਲਾ ਲਓ, ਤੁਸੀਂ ਇਹਨਾਂ ਦਾ ਮੁਕਾਬਲਾ ਕਰਨਾ। ਔਰ ਤੁਹਾਨੂੰ ਕਾਹਦੇ ਲਈ ਇਹਨਾਂ RSS ਨੇ ਟ੍ਰੇਨਿੰਗ ਦਿੱਤੀ ਹੋਈ ਹੈ? ਉਹ ਤੇ ਹੁਣ ਤੁਸੀਂ ਜਿਹੜਾ 1000 ਬੰਦੇ ਦਾ 700 ਬੰਦੇ ਦਾ ਟੋਲੇ ਡਿਸਟ੍ਰਿਕਟ ਵਾਈਜ਼ ਬਣਾ ਲਓ, ਸਾਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਸਾਡੀ ਸਰਕਾਰ ਆ, ਤੁਸੀਂ ਇਹਨਾਂ ਦਾ ਮੁਕਾਬਲੇ 'ਚ ਉਤਰੋ, ਜੇ ਕੁਝ ਹੁੰਦਾ ਤੇ ਮੈਂ ਬਚਾਉਂਗਾ। ਓਕੇ, ਥੈਂਕ ਯੂ। ਜਦੋਂ ਮੇਰਾ ਸਿੱਧੂ ਸਾਹਿਬ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰੀਆਂ ਕੜੀਆਂ ਇਸ ਵੱਲ ਲਿਜਾਂਦੀਆਂ ਕਿ ਪਾਰਟੀ ਵੱਲੋਂ ਫੈਸਲਾਕੁਨ ਤਰੀਕੇ ਦੇ ਨਾਲ ਇਸ ਪਾਸੇ ਨੂੰ ਕਿਸਾਨਾਂ ਦੀ ਮੂਵਮੈਂਟ ਨੂੰ ਕੁਚਲਣ ਦੀ ਇੱਕ ਕਾਂਸਪੀਰੇਸੀ ਹੈਚ ਹੋਈ ਹੈ, ਜਿਹੜਾ ਜਿੱਥੇ ਜਿੱਥੇ ਮੂਵਮੈਂਟ ਹੈ ਉਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਜਾਨੀ ਸਾਹਿਬ, ਦੋਨੇ ਮਹਿਮਾਨ ਜਿਹੜੇ ਬਾਕੀ ਜਿਹਨਾਂ ਤੁਸੀਂ ਵੀ ਸੁਣਿਆ, ਆਪਾਂ ਸਵੈਜ ਦੀ ਵੀ ਗੱਲ ਕਰ ਲਈ, ਪ੍ਰੋਫੈਸਰ ਮਨਜੀਤ ਸਿੰਘ, ਬਾਕੀ ਮਾਮਲਾ ਜਿਹੜਾ ਉਹ ਤਾਂ ਹਾਈ ਹੈ। ਸਵੈਜ ਜੀ ਨੇ ਵੀ ਕਿਹਾ ਕਿ ਯੋਜਨਾਬੰਦ ਢੰਗ ਨਾਲ ਇਹ ਹਮਲਾ ਹੋਇਆ। ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਦਾ ਵੀ ਕਹਿਣਾ ਹੈ ਕਿ ਪਹਿਲਾਂ ਹੀ ਇਹ ਸਾਰਾ ਕੁਝ ਘੜਿਆ ਗਿਆ। ਫੈਸਲਾ ਕੌਣ ਸੀਗਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਕਿਸ ਤਰੀਕੇ ਨਾਲ ਦਬਾਇਆ ਜਾਂ ਕੁਚਲਿਆ ਜਾ ਸਕਦਾ ਹੈ? ਇਹ ਅਚਾਨਕ ਵਾਪਰਿਆ ਵਾ ਵਰਤਾਰਾ ਨਹੀਂ, ਜੋ ਪਹਿਲਾਂ ਵੀਡੀਓ ਆਈਆਂ, ਬਿਆਨ ਆਏ ਆ, ਉਹ ਵੀ ਸਾਰਾ ਇਹੀ ਦਰਸਾਉਂਦੇ ਆ। ਜਾਨੀ ਸਾਹਿਬ, ਤੁਸੀਂ ਕਹਿਣਾ ਵੀ ਚਾਹੁੰਦੇ ਸੀ ਪਰ ਸਵਾਲ ਵੀ ਹੈ। ਜੀ ਜਾਨੀ ਜੀ। ਦੇਖੋ ਗੱਲ ਸਾਹਿਬ, ਜਿਵੇਂ ਵਕੀਲ ਸਾਹਿਬ ਨੇ ਵਿਚੇ ਸਾਹਿਬ ਨੇ ਜਿਹੜੀ ਗੱਲ ਕਹੀ, ਕਹਿੰਦੇ ਜੀ ਫੜ ਕੇ ਅੰਦਰ ਦੇਣਾ ਚਾਹੀਦਾ। FIR ਹੋਰ ਕੀ, FIR ਦੇ ਵਿੱਚ ਨਾ ਹੈ। ਦੇਖੋ FIR ਬਿਆਨ ਦੇਣ ਤੇ FIR ਹੁੰਦੀ ਹੈ। FIR ਜਦੋਂ ਇਨਕੁਆਇਰੀ ਲੱਗ ਜਾਂਦੀ ਹੈ, ਉਹਦੇ ਬਾਅਦ ਇਨਕੁਆਇਰੀ ਦੇ ਵਿੱਚ ਕਦੇ ਕਿਸੇ ਨੂੰ ਕੋਈ ਫੜਦਾ ਨਹੀਂ। ਜਦੋਂ ਇਨਕੁਆਇਰੀ ਮਤਲਬ ਪੂਰਨ ਹੋ ਕੇ ਔਰ ਉਹ ਜਿਹੜੀ ਨਾ ਹੋ ਜੇ, ਪਹਿਲਾਂ ਤਾਂ ਵਕੀਲ ਵੀ ਨੇ, ਇਹਨਾਂ ਨੂੰ ਇਸ ਚੀਜ਼ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਠੀਕ ਹੈ FIR ਹੋਗੀ, FIR के बाद ਜਿਹੜੀ ਸਿੱਟ ਬਣਦੀ ਹੈ, ਇਨਕੁਆਇਰੀ ਜਦੋਂ ਲੱਗਦੀ ਹੈ ਉਦੋਂ ਤੱਕ ਇਨਕੁਆਇਰੀ ਚੱਲਦੀ ਹੈ, ਉਦੋਂ ਤੱਕ ਕਿਸੇ ਵੀ ਮੁਲਜ਼ਮ ਨੂੰ ਫੜਿਆ ਨਹੀਂ ਜਾਂਦਾ। ਇਹ ਵੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਇਹਨਾਂ ਨੂੰ ਇਹ ਵੀ ਚੀਜ਼ ਦੱਸ ਦਿਓ ਵੀ ਇਨਕੁਆਇਰੀ ਚੱਲ ਰਹੀ ਹੈ। ਇਨਕੁਆਇਰੀ ਜਦੋਂ ਕਲੀਅਰ ਹੋ ਜਾਊ, ਉਹਦੇ ਬਾਅਦ ਨਾ ਫੜੇ ਤਾਂ ਆਪਾਂ ਇਹਦੀ ਗੁਨਾਹਗਾਰੀ ਦੇ ਸਕਦੇ ਹਾਂ, ਔਰ ਉਹਦੇ ਬਾਅਦ ਤੁਸੀਂ ਸਰਕਾਰ ਤੇ ਵੀ ਐਲੀਗੇਸ਼ਨ ਲਾ ਸਕਦੇ ਹੋ, ਕੁਝ ਵੀ ਹੋ ਸਕਦੇ ਹੋ। ਅੱਜ ਜੋ ਵੀ ਤੁਸੀਂ ਕਹੋ, ਦੇਖੋ ਇਸ ਅੱਜ ਜਿਹੜੀ ਹਾਲਾਤ ਹੈ ਇਹਦੇ ਵਿੱਚ ਮੈਂ ਬਹੁਤ ਕੁਝ ਬੋਲ ਸਕਦਾ ਔਰ ਮੇਰੇ ਕੋਲ ਬਹੁਤ ਕੁਝ ਬੋਲਣ ਨੂੰ ਹੈ, ਪਰ ਹਾਲਾਤ ਬੋਲਣ ਨਹੀਂ ਦਿੰਦੇ। ਔਰ ਇਸ ਮੌਕੇ ਤੇ ਸਾਨੂੰ ਬੋਲਣਾ ਵੀ ਨਹੀਂ ਚਾਹੀਦਾ ਹੈ ਔਰ ਸਾਨੂੰ ਚੁੱਪ ਰਹਿਣਾ ਚਾਹੀਦਾ। ਮੈਂ ਤਾਂ ਤੁਹਾਡੀ ਇੱਜ਼ਤ ਕਰਦੇ ਹੋਏ ਮੈਂ ਡਿਬੇਟ ਤੇ ਕਦੇ ਜਾਂਦਾ ਨਹੀਂ, ਤੁਹਾਡੀ ਇੱਜ਼ਤ ਕਰਦੇ ਹੋਏ ਮੈਂ ਡਿਬੇਟ ਤੇ ਆਇਆ। ਤੇ ਜਿਹੜੀ ਗੱਲ ਜਿਸ ਤਰ੍ਹਾਂ ਇਹ ਗੱਲ ਕਰ ਰਹੇ ਨੇ, ਇਹ ਗੱਲ ਅੱਛੀ ਨਹੀਂ ਹੈ। ਸਭ ਕੁਝ ਹੋਏਗਾ, ਨਰਿੰਦਰ ਮੋਦੀ ਕਿਸੇ ਦੀ ਕੋਈ, ਦੇਖੋ ਅਗਰ ਇਸ ਤਰ੍ਹਾਂ ਦੀ ਗਲਤੀ ਕੋਈ ਕਰਦਾ, ਕੋਈ ਕਿਸੇ ਨੂੰ ਨਹੀਂ ਬਖਸ਼ਦਾ। और ਜਿਹੜਾ ਸਰਕਾਰ ਦਾ ਕੋਈ ਨੁਕਸਾਨ, ਮੈਂ ਅਗਰ ਕੋਈ ਸਰਕਾਰ ਦੇ ਵਿੱਚ ਬੀਜੇਪੀ ਦਾ, ਜੇ ਮੈਨੂੰ ਕੋਈ ਲਾਇਸੈਂਸ ਥੋੜਾ ਮਿਲ ਗਿਆ ਕਿ ਮੈਂ ਕੁਝ ਵੀ ਕਰਾਂ, ਵੀ ਮੈਂ ਜੇ ਕਰਾਂ। ਪਾਰਟੀ ਸਭ ਕੁਝ ਦੇਖ ਰਹੀ ਹੈ, ਪਾਰਟੀ ਦੇ ਵਿੱਚ ਇਹ ਜੀ ਗੱਲ ਨਹੀਂ ਹੈਗੀ। ਬਾਕੀ ਜੀ ਜੈਨੀ ਸਾਹਿਬ, ਪ੍ਰੋਫੈਸਰ ਸਾਹਿਬ ਜਿਹੜੀ ਨਹੀਂ ਇੱਕ ਸਵਾਲ ਮੈਂ ਜੈਨੀ ਜੀ, ਇੱਕ ਸਵਾਲ ਨੇ। ਓਕੇ, ਹਾਂਜੀ 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 ਜੈਨੀ ਜੀ ਕਰ ਲਓ ਗੱਲ, ਤੁਸੀਂ ਆਪਣੀ ਕੰਪਲੀਟ ਕਰ। ਜਿਵੇਂ ਪ੍ਰੋਫੈਸਰ ਸਾਹਿਬ ਗੱਲ, ਉਹ ਸਾਡੇ ਤਾਂ ਛਿੱਕਦੇ ਤਾਂ ਤੁਸੀਂ ਨੱਕ ਵੱਢਦੇ ਹੋ ਸਾਰੇ ਵੀ ਠੀਕ ਹੈ। ਅਸੀਂ ਕੋਈ ਗੱਲ ਕਰਦੇ ਆ, ਪਹਿਲੀ ਗੱਲ ਤਾਂ ਪ੍ਰੋਫੈਸਰ ਸਾਹਿਬ ਨੂੰ ਪੁੱਛੋ ਵੀ ਸਾਡੇ ਨਾਲ 1 ਸਾਲ ਤੋਂ ਕੀ ਚੰਗੀ ਹੋ ਰਹੀ ਹੈ ਕਿ ਸਾਡੇ ਘਰਾਂ ਦੇ ਅੱਗੇ ਧਰਨੇ, ਅਸੀਂ ਕਿਸੇ ਦੇ ਵਿਆਹ ਜਾਂ ਸ਼ਾਦੀ ਚਲੇ ਜਾਈਏ, ਉੱਥੇ ਘੇਰਾ ਪਾ ਕੇ ਵਿਆਹ ਖਰਾਬ ਕਰ ਦਿੱਤਾ ਜਾਂਦਾ ਹੈ। ਸਾਡੇ MLA ਦੇ ਕੱਪੜੇ ਪਾੜ ਦਿੱਤੇ ਗਏ, ਉਹ ਤੁਹਾਨੂੰ ਨਹੀਂ ਦਿਖਦਾ? ਕਿਸ ਤਰ੍ਹਾਂ ਦੇ ਹਾਲਾਤ ਹਰਿਆਣੇ 'ਚ ਇੱਕ CM ਹੈ, ਕਦੋਂ ਤੱਕ ਘਰੇ ਬੈਠਣਗੇ? ਅੱਗੋਂ ਕੰਮ ਨਹੀਂ ਕਰਨਾ ਉਹਨਾਂ ਨੇ। ਠੀਕ ਹੈ, ਸੰਘਰਸ਼ ਚੱਲ ਰਿਹਾ ਹੈ, ਕਾਨੂੰਨ ਦੀ ਗੱਲ ਕਰਦੇ ਹੋ ਤੇ ਕਾਨੂੰਨ ਪ੍ਰੋਫੈਸਰ ਸਾਹਿਬ ਕਿ ਸੁਪਰੀਮ ਕੋਰਟ ਨੇ ਹੋਲਡ ਨਹੀਂ ਕੀਤੇ ਹੋਏ। ਜਦੋਂ ਕਦੇ ਵੀ ਅੱਜ ਤੱਕ ਮੈਂ ਨਹੀਂ ਦੇਖਿਆ ਜਾਂ ਸੰਘਰਸ਼ ਜਿੱਥੇ ਕੋਰਟ ਨੇ ਸਟੇ ਦੇਤਾ, ਜਿੱਥੇ ਕੋਰਟ ਦਾ ਸਟੇ ਹੋ ਜਾਏ, ਸਟੇ ਜਦੋਂ ਤੱਕ 4 ਸਾਲ 5 ਸਾਲ ਕਦੇ ਵੀ ਉਹ ਚੀਜ਼ ਲਾਗੂ ਨਹੀਂ ਹੁੰਦੀ। ਜੀ ਜੀ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ। ਹੁਣ ਦੇਖੋ, ਓਕੇ ਜੀ, ਮਨਜੀਤ ਤੁਹਾਡਾ ਵਿਊ ਪੁਆਇੰਟ ਆ ਗਿਆ। ਬ੍ਰੇਕ ਤੋਂ ਬਾਅਦ ਸਰ ਮੈਂ ਤੁਹਾਨੂੰ ਹੋਰ ਵੀ ਇਸ ਮੁੱਦੇ ਤੇ ਮੈਂ ਸਵਾਲ ਲਵਾਂਗਾ, ਮੌਕਾ ਦਿਆਂਗਾ। ਆਪਾਂ ਨੂੰ ਬ੍ਰੇਕ ਲੈਣੀ ਥੋੜਾ ਜਿਹਾ ਜਵਾਬ ਬ੍ਰੇਕ ਤੋਂ ਪਹਿਲਾਂ। ਮੈਂ ਫਿਰ ਗੱਲ ਨਹੀਂ ਠੀਕ ਰਹਿੰਦੀ। ਤੁਸੀਂ ਇਹ ਦੱਸੋ, ਹੁਣ ਅਸੀਂ ਕਿੱਥੇ ਜਾਂਦੇ ਆ? ਪੁਲਿਸ ਦੀ ਹਿਫਾਜ਼ਤ 1 ਸਾਲ ਹੋ ਗਿਆ, ਅਸੀਂ ਕੱਪੜੇ ਪੜਾਈਏ, ਅਸੀਂ ਲੋਕਾਂ ਤੋਂ ਆਈਏ,
ਕੀ ਤੁਸੀਂ ਮੈਨੂੰ ਦੱਸੋ, ਪ੍ਰੋਫੈਸਰ ਸਾਹਿਬ ਵੀ ਦੱਸਦੇ ਨੇ ਵੀ ਜਿਹੜੇ ਬੰਦੇ ਕਿਸਾਨ ਦਾ ਝੰਡਾ ਝੰਡੇ ਦੇ ਥੱਲੇ ਅੱਜ ਮੋਦੀ ਵਿਰੋਧੀ ਇਕੱਠੇ ਹੋ ਗਏ ਸਾਰੇ, ਜਿਹਨਾਂ ਦਾ ਆંકੜਾ ਹੈ ਕਾਂਗਰਸ ਕਹਿੰਦੀ ਹੈ ਅਸੀਂ ਸਪੋਰਟ ਕਰ ਰਹੇ ਹਾਂ, ਅਕਾਲੀ ਕਹਿੰਦੇ ਅਸੀਂ ਜੈਨੀ ਜੀ ਹੁਣ ਤਾਂ ਆ ਗਈ ਯਾਰ ਜੈਨੀ ਸਾਹਿਬ, ਹੁਣ ਤਾਂ ਤੁਹਾਡੀ ਗੱਲ ਆ ਗਈ, ਮਿਹਰਬਾਨੀ ਜੈਨੀ ਜੀ, ਆ ਗਈ ਗੱਲ ਦੇਖੋ ਹੁਣ ਤੁਹਾਡੀ ਗੱਲ ਮੁਕੰਮਲ ਆ ਗਈ ਹੈ। ਆਪਾਂ ਜਵਾਬ ਲੈ ਲਈਏ। ਪ੍ਰਸਮਜੀਤ ਸਿੰਘ ਸੰਖੇਪ ਦੇ ਵਿੱਚ ਕਹਿਣ ਲਈ ਇਸ ਮੁੱਦੇ ਤੇ ਉਹ ਕਹਿੰਦੇ ਕਿ ਜਦੋਂ ਸਾਡੇ ਕੱਪੜੇ ਫੜੇ ਜਾ ਰਹੇ ਆ, ਸਾਡੇ ਵਿਆਹ ਸ਼ਾਦੀਆਂ ਵੀ ਬੰਦ ਹੋ ਗਏ ਆ, ਅਸੀਂ ਕਿਤੇ ਜਾ ਨਹੀਂ ਸਕਦੇ, ਘਰਾਂ ਚੋਂ ਨਿਕਲ ਨਹੀਂ ਸਕਦੇ, ਇਹ ਹਾਲਾਤ ਵੀ ਤਾਂ ਦੇਖੋ ਨਾ। ਫਿਰ ਜੇ ਇਹ ਗੱਲ ਆ ਕਿ ਕਿਸਾਨਾਂ ਨੂੰ ਦੋਸ਼ ਦੇਣ ਦੀ ਜਗ੍ਹਾ ਗਿਆਨੀ ਜੀ, ਤੁਸੀਂ ਤੇ ਗਰੇਵਾਲ ਸਾਹਿਬ ਤੁਹਾਡੀ ਡਿਊਟੀ ਲਾਈ ਸੀ, ਤੁਸੀਂ ਉੱਥੇ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਦੀ ਕੋਠੀ ਸਾਹਮਣੇ ਧਰਨਾ ਮਾਰ ਕੇ ਬੈਠਦੇ ਕਿ ਦੇਖੋ ਸਾਡੀ ਹਾਲਤ ਬੜੀ ਹੈ ਖਰਾਬ, ਸਾਡਾ ਕਾਫੀਆ ਤੰਗ ਹੋਇਆ, ਤੁਸੀਂ ਕਿਸਾਨਾਂ ਦੀ ਗੱਲ ਨੂੰ ਕਿਉਂ ਨਹੀਂ ਮੰਨਦੇ? 10 ਮਹੀਨੇ ਥੋੜੇ ਹੁੰਦੇ ਆ, ਉੱਥੇ ਸੜਕਾਂ ਤੇ ਬੈਠੇ ਆ ਕਿਸਾਨ, ਕਿਹਨੂੰ ਦਰਦੇ ਆ ਉੱਥੇ? ਮੋਦੀ ਦਾ ਮੂੰਹ ਟੁੱਟਾ ਹੈ, ਅਜੇ ਤੱਕ ਨਹੀਂ ਬੋਲਿਆ ਮੋਦੀ ਕਿ ਇੱਥੇ ਜਿਹੜੇ 500 ਤੋਂ ਵੱਧ ਕਿਸਾਨ ਜਿਹੜੇ ਸ਼ਹੀਦ ਹੋ ਗਿਆ, ਉਲਟਾ ਪਾਰਲੀਮੈਂਟ 'ਚ ਜਾ ਕੇ ਖੜੇ ਹੋ ਕੇ ਭਾਸ਼ਣ ਉਹਨਾਂ ਨੇ ਦਿੱਤੇ ਕਿ ਦੇਖੋ ਜੀ ਇਹ ਤੇ ਅੰਦੋਲਨ ਜੀ ਵੀ ਆ, ਤੁਸੀਂ ਜਿਹੜੇ ਸੱਤਾਜੀਵੀ ਬੰਦੇ ਆ ਉਹ ਕੋਈ ਲੋਕਾਂ ਨੂੰ ਇੰਜ ਕੁਚਲਣਗੇ? ਦੇਖੋ 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 ਦੇਖੋ, ਪ੍ਰਧਾਨ ਮੰਤਰੀ ਜੀ ਨੇ ਕਦੀ ਵੀ ਜਾਂ ਹੋਮ ਮਿਨਿਸਟਰ ਨੇ ਕਿਸਾਨ ਮੂਵਮੈਂਟ ਤੇ ਕਿਸਾਨਾਂ ਪ੍ਰਤੀ ਸੰਵੇਦਨਸ਼ੀਲਤਾ ਨਹੀਂ ਦਿਖਾਈ। ਹੁਣ ਵੀ ਤੁਸੀਂ ਬਾਕੀ ਗੱਲ ਛੱਡੋ, ਇੰਨਾ ਕੁਝ ਦੇਸ਼ 'ਚ ਹੋ ਗਿਆ, ਵਿਰੋਧੀ ਪਾਰਟੀਆਂ, ਕਿਸਾਨ, ਨੌਜਵਾਨ, ਸਾਰੇ ਜਗ੍ਹਾ, ਸਾਰਾ ਦੇਸ਼ ਦੇ ਵਿੱਚ ਉਛਾਲਾ ਹੋਇਆ, ਪ੍ਰਧਾਨ ਮੰਤਰੀ ਨੇ ਮੂੰਹ ਕਿਉਂ ਨਹੀਂ ਖੋਲਿਆ? ਵੀ ਮੈਨੂੰ ਜੇ ਜੋ ਤੁਸੀਂ ਗੱਲ ਕਹਿ ਰਹੇ ਆ ਸਾਨੂੰ ਅਫਸੋਸ ਆ, ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਉਹਨਾਂ ਦਾ ਬਿਆਨ ਆਉਣਾ ਚਾਹੀਦਾ ਸੀ, ਖਬਰਦਾਰ ਮੈਂ ਜਦ ਤੱਕ ਇੱਥੇ ਬੈਠਾ ਮੈਂ ਇਹੋ ਜਿਹੀ ਗੁੰਡਾਗਰਦੀ ਨਹੀਂ ਹੋਣ ਦਊਂਗਾ, ਕਿਹਨੇ ਮੇਰੇ ਕਿਸਾਨ ਵੀਰਾਂ ਦਾ ਇੱਥੇ ਕਤਲ ਕੀਤਾ ਆ, ਮੈਂ ਹੁਣੇ ਹੋਮ ਮਿਨਿਸਟਰ ਨੂੰ ਬੁਲਾ ਕੇ ਪੁੱਛਦਾ। ਕਿਹਦਾ ਵਿਸ਼ਵਾਸ ਹੋਊ ਤੁਹਾਡੀਆਂ ਇਨਕੁਆਇਰੀਆਂ ਤੇ ਗਿਆਨੀ ਜੀ? ਜਿਹੜੇ ਤੁਸੀਂ SIT ਕੁਛ ਬਣਾਉਂਦੇ ਫਿਰਦੇ ਆ, ਉਹ ਕੌਣ ਉਹਦੇ ਤੇ ਭਰੋਸਾ ਕਰੂਗਾ? ਕਿਸੇ ਨੂੰ ਤੁਹਾਡੇ ਸਰਕਾਰ ਤੇ, ਤੁਹਾਡੇ ਬੰਦਿਆਂ ਦੇ, ਤੁਹਾਡੀ ਪੁਲਿਸ ਤੇ ਭਰੋਸਾ ਨਹੀਂ ਰਿਹਾ, ਇਸ ਗੱਲ ਨੂੰ ਜਾਣੋ ਤੁਸੀਂ। ਇਸ ਲਈ ਜਿਹੜੀ ਤੁਸੀਂ ਦਵਾਈ ਦਾ ਲੋਕ ਇੰਤਜ਼ਾਰ ਕਰਨ, ਲੋਕ ਤੇ ਬਰਗਾੜੀ ਦਾ ਵੀ 7 ਸਾਲ ਹੋ ਗਏ ਇੰਤਜ਼ਾਰ ਕਰਦਿਆਂ ਨੂੰ, 5ਵੀਂ ਸਿਰ SIT ਬਣ ਗਈ ਆ, STF ਦੀ ਰਿਪੋਰਟ ਨਹੀਂ ਸੁਪਰੀਮ ਕੋਰਟ 'ਚ ਖੁੱਲ ਗਈ। ਹਾਲਤ ਆ ਤੁਹਾਡੇ ਇੱਥੇ ਦੇਸ਼ ਦੇ ਵਿੱਚ ਨਿਜ਼ਾਮ ਦੀ, ਲੋਕ ਬਾਗੀ ਹੈ, ਤੁਸੀਂ ਸਮਝ ਕੇ ਤਾਂ ਕਾਲੇ ਕਾਨੂੰਨ ਵੀ ਵਾਪਸ ਲਾਓ ਤੇ ਉੱਥੇ ਇਨਸਾਫ ਦਿਓ। ਜੀ ਤੁਹਾਡੀ ਗੱਲ ਆ ਗਈ, ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ, ਟੈਕਨੀਕਲ ਤੌਰ ਤੇ ਬ੍ਰੇਕ ਲੈਣਾ ਮਜਬੂਰੀ ਵੀ ਹੁੰਦੀ ਹੈ। ਇਸ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਵਾਪਸ, ਸਾਡੇ ਨਾਲ ਭਾਜਪਾ ਦੇ ਬੁਲਾਰੇ ਗਿਆਨੀ ਜੀ, ਉਹਨਾਂ ਨੂੰ ਵੀ ਇਹਨਾਂ ਮੁੱਦਿਆਂ ਤੇ ਲਵਾਂਗੇ ਸਵਾਲ। ਉਹ ਤੋਂ ਪਹਿਲਾਂ ਸੋਹਲ ਸਾਹਿਬ ਜਿਹੜੇ ਹੈਗੇ ਉਹਨਾਂ ਨੂੰ ਵੀ ਇਸ ਮਾਮਲੇ ਤੇ ਕਰਾਂਗੇ ਗੱਲ, ਪਰ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੇ ਦੇ ਜਵੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਸੋਹਲ ਜੀ, ਬ੍ਰੇਕ ਤੋਂ ਪਹਿਲਾਂ ਗਿਆਨੀ ਜੀ ਕਹਿ ਰਹੇ ਸੀ ਕਿ ਕਿਸਾਨੀ ਦੇ ਝੰਡੇ ਹੇਠਾਂ, ਕਿਸਾਨੀ ਦੇ ਨਾਂ ਹੇਠਾਂ ਜਿਹੜੀਆਂ ਵੱਖ-ਵੱਖ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਹਮਲਾ ਕਰਦੀਆਂ ਜਿਹੜੀਆਂ ਹੈਗੀਆਂ ਹਾਕਮ ਧਿਰ ਤੇ, ਰਾਸੀ ਰੋਟੀਆਂ ਸੇਕਦੀਆਂ। ਜਿਵੇਂ ਹੁਣ ਭਲਕੇ ਜਿਹੜਾ ਹੈਗਾ ਪੰਜਾਬ ਕਾਂਗਰਸ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਲਖੀਮਪੁਰ ਜਾਣ ਦਾ, ਕਿ ਅਸੀਂ ਜਿਹੜਾ ਮਾਰਚ ਕਰਕੇ ਜਿਹੜਾ ਹੈਗਾ ਲਖੀਮਪੁਰ ਜਾਵਾਂਗੇ, ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਾਂਗੇ। ਪਰ ਗਿਆਨੀ ਦਾ ਕਹਿਣਾ ਹੈ ਸਾਰਾ ਕੁਝ ਜਿਹੜਾ ਇਕੱਠਾ ਹੋ ਰਿਹਾ ਹੈ, ਕਿਸਾਨੀ ਦੇ ਨਾਂ ਹੇਠਾਂ ਹਾਕਮ ਧਿਰ ਤੇ ਸਿੱਧੇ ਤੌਰ ਤੇ ਹਮਲਾ ਕੀਤਾ ਜਾ ਰਿਹਾ ਹੈ। ਸਰ, ਮੈਂ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ, ਜੋ ਗਿਆਨੀ ਸਾਹਿਬ ਨੇ ਪਹਿਲਾਂ ਕਿਹਾ ਕਿ SIT ਬਣ ਗਈ ਹੈਗੀ, ਉਹਨਾਂ ਨੂੰ ਅਰੈਸਟ ਨਹੀਂ ਹੋ ਸਕਦੀ, ਤੇ ਗਿਆਨੀ ਜੀ ਸ਼ਾਇਦ ਤੁਸੀਂ ਬਰੀਕੀ ਬਾਰੇ ਕਾਨੂੰਨ ਦਾ ਤੁਹਾਨੂੰ ਮੈਂ ਤੁਹਾਡੇ ਕੁਝ ਕਹਿੰਦਾ ਨਹੀਂ ਤੁਹਾਨੂੰ ਮੈਂ, ਲੇਕਿਨ FI ਜਦੋਂ ਹੋ ਜਾਂਦੀ ਹੈ, ਬਾਈ ਨੇਮ ਹੋ ਜਾਂਦੀ ਹੈਗੀ ਹੈ, ਉਦੋਂ ਬਾਅਦ ਜੋ ਵੀ ਤਫਤੀਸ਼ ਹੁੰਦੀ ਹੈ, ਤਫਤੀਸ਼ ਨੂੰ ਇਨਵੈਸਟੀਗੇਸ਼ਨ ਕਹਿੰਦੇ ਨੇ। ਜਿਹੜੀ SIT ਬਣੀ ਹੈਗੀ ਉਹ ਹੈਗੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਹੁਣ ਕੋਈ ਇਨਕੁਆਇਰੀ ਨਹੀਂ, ਤਫਤੀਸ਼ ਹੈਗੀ ਹੈ, ਇਨਵੈਸਟੀਗੇਸ਼ਨ ਹੈਗੀ ਹੈ। ਅਗਰ ਇਹਦੇ 'ਚ ਕੋਈ ਰੋਕ ਨਹੀਂ, ਕੋਈ ਲਾਇਸੈਂਸ ਨਹੀਂ ਹੈਗਾ SIT ਬਣ ਡਲ ਕੇ ਮੁਲਜ਼ਮਾਂ ਨੂੰ ਫੜਨਾ ਨਹੀਂ ਹੈਗਾ, ਕੋਈ ਰੋਕ ਟੋਕ ਨਹੀਂ ਕਾਨੂੰਨ ਦੇ ਮੁਤਾਬਕ। ਇੱਕ ਦੂਜਾ, ਮੈਂ ਕਿਉਂ ਕਹਿ ਰਿਹਾ ਕਿ ਇਹਨਾਂ ਨੂੰ ਤੁਰੰਤ ਫੜਨਾ ਚਾਹੀਦਾ ਹੈ, ਕਿਉਂਕਿ ਉਹ ਬਹੁਤ ਵੱਡੇ ਇਨਫਲੂਐਂਸ ਜਿਹੜਾ ਹੈਗਾ ਗਵਾਹਾਂ ਨੂੰ, ਸਾਰੇ ਉਹਨਾਂ ਨੂੰ, ਤਫਤੀਸ਼ ਨੂੰ ਉਹ ਡੀਰੇਲ ਕਰ ਸਕਦੇ ਨੇ। ਇਹ ਕੋਈ ਛੋਟਾ ਮੋਟਾ ਮੁਲਜ਼ਮ ਨਹੀਂ ਹੈਗਾ। ਗ੍ਰਹਿ ਮੰਤਰੀ ਨੇ ਉਹਦਾ ਮੁੰਡਾ ਹੈਗਾ, ਤੇ ਸਾਰੇ ਜਿਹੜੇ ਮੁਲਜ਼ਮ ਨੇ ਉਹ ਤਫਤੀਸ਼ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਕਰਕੇ ਉਹਨਾਂ ਨੂੰ ਇਮੀਡੀਏਟਲੀ ਤੁਰੰਤ ਤੇ ਗ੍ਰਿਫਤਾਰ ਕਰਨਾ ਜ਼ਰੂਰੀ ਹੈਗਾ। ਅਦਰਵਾਈਜ਼ ਤਫਤੀਸ਼ ਦਾ, ਜਿਵੇਂ ਪ੍ਰੋਫੈਸਰ ਸਾਹਿਬ ਕਹਿ ਰਹੇ ਨੇ, ਅੱਖੀ ਘੱਟਾ ਹੋਏਗਾ, ਇਹ ਖਰਾਬ ਕਰਨਗੇ ਸਗੋਂ ਉਹਨਾਂ ਨੂੰ। ਇਸ ਕਰਕੇ ਜ਼ਰੂਰੀ ਹੈਗਾ, ਕੋਈ ਰੋਕ ਟੋਕ ਨਹੀਂ ਹੈ ਫੜਨ ਦੀ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸਾਰੀਆਂ ਪੋਲੀਟੀਕਲ ਪਾਰਟੀ ਜਿਹੜੀਆਂ ਹੈਗੀਆਂ ਸਰਕਾਰ ਦੇ ਖਿਲਾਫ ਹੱਲਾ ਬੋਲ ਰਹੀਆਂ, ਅਗਰ ਇਸ ਸਮੇਂ
ਐਡੇ ਵੱਡੇ ਘੱਲੂਕਾਰੇ ਤੋਂ ਬਾਅਦ ਪੋਲੀਟੀਕਲ ਪਾਰਟੀਆਂ ਨਹੀਂ ਬੋਲਣਗੀਆਂ ਇਸ ਇਸ਼ੂ ਤੇ, ਆਵਾਜ਼ ਨਹੀਂ ਬੁਲੰਦ ਕਰਨਗੀਆਂ, ਤੇ ਫਿਰ ਪੋਲੀਟੀਕਲ ਪਾਰਟੀ ਦਾ ਕੰਮ ਕੀ ਹੈ? ਅਨਿਆਂ ਦੇ ਖਿਲਾਫ ਨਹੀਂ ਬੋਲਣਗੀਆਂ ਪੋਲੀਟੀਕਲ ਪਾਰਟੀਆਂ, ਕਦੋਂ ਬੋਲਣਗੀਆਂ ਫਿਰ? ਜਦੋਂ ਦੇਸ਼ ਦੇ ਵਿੱਚ ਸੰਵਿਧਾਨ ਦਾ ਜਿਹੜਾ ਹੈਗਾ ਕਤਲੇਆਮ ਸੰਵਿਧਾਨ ਦਾ ਹੋ ਰਿਹਾ ਹੈ, ਕਾਨੂੰਨ ਦਾ ਕਤਲੇਆਮ ਹੋ ਰਿਹਾ, ਲੋਕਾਂ ਦਾ ਕਤਲੇਆਮ ਹੋ ਰਿਹਾ, ਤੇ ਉਹ ਵੀ ਸਰਕਾਰ ਖੁਦ ਕਰ ਰਹੀ ਹੈਗੀ ਹੈ, ਤੇ ਉਦੋਂ ਵਿਰੋਧੀ ਪਾਰਟੀਆਂ ਨਹੀਂ ਬੋਲਣਗੀਆਂ, ਫਿਰ ਕਦੋਂ ਬੋਲਣਗੀਆਂ? ਫਿਰ ਉਹਨਾਂ ਦਾ ਵਿਰੋਧੀ ਪਾਰਟੀ ਹੋਣ ਦਾ ਮਤਲਬ ਕੀ ਰਹਿ ਜਾਂਦਾ ਹੈ? ਸ਼ਾਇਦ ਤੁਹਾਨੂੰ ਸੰਵਿਧਾਨ ਦੁਆਰਾ ਪੜ੍ਹਨਾ ਪਏਗਾ ਭਾਰਤੀ ਜਨਤਾ ਪਾਰਟੀ ਨੂੰ। ਇਹ ਸਰਕਾਰ तो इस करके सारिया पोलिटिकल पार्टी दियां, सारिया सिविल सोसाइटी दियां, जिन्ने भी लोग ने, जिन्ने भी कानून दे पक्षी लोग ने, जिन्ने भी लोग ਜਿਹੜੇ ਹੈਗੇ ਸੰਵਿਧਾਨ ਨੂੰ ਮੰਨਦੇ, ਰੂਲ ਆਫ ਲਾਅ ਨੂੰ ਮੰਨਦੇ ਹੈਗੇ, ਚਾਹੇ ਪੋਲੀਟੀਕਲ ਪਾਰਟੀਆਂ ਨੇ, ਚਾਹੇ ਸਿਵਲ ਸੁਸਾਇਟੀ ਹੈ, ਚਾਹੇ ਆਮ ਨੇ, ਚਾਹੇ ਐਕਟਿਵਿਸਟ ਨੇ, ਸਾਰਿਆਂ ਦਾ ਫਰਜ਼ ਬਣਦਾ ਹੈਗਾ ਕਿ ਇਸ ਘਟਨਾ ਦੀ ਵਿਰੋਧਤਾ ਕੀਤੀ ਜਾਵੇ ਤੇ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਫਟਾਫਟ ਜਿੰਨੀ ਜਲਦੀ ਉਸ ਤੇ ਐਕਸ਼ਨ ਲਿਆ ਜਾਵੇ। ਐਕਸ਼ਨ ਲੈਣ ਵਾਸਤੇ, ਕਿਉਂਕਿ ਸਰਕਾਰ ਐਕਸ਼ਨ ਨਹੀਂ ਲੈ ਰਹੀ। ਜੀ 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 ਗੱਲ ਆ ਗਈ ਤੁਹਾਡੀ ਜੈਨੀ ਸਾਹਿਬ ਤੁਸੀਂ ਆਪਣੀ ਗੱਲ ਵੀ ਕਹਿਣਾ ਚਾਹੁੰਦੇ ਸੀ, ਪਰ ਸਵੈਜ ਜੀ ਨੇ ਤੁਹਾਡੇ ਜਵਾਬ ਚ ਕਿਹਾ, ਸਵੈਜ ਜੀ ਨੇ ਤੁਹਾਡੇ ਜਵਾਬ ਚ ਕਿਹਾ ਕਿ ਜੇ ਕਾਰਵਾਈ ਨਹੀਂ ਹੁੰਦੀ ਤਾਂ ਬਹੁਤ ਵੱਡਾ ਨੇਤਾ ਹੈ ਉਹ, ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ। ਜੀ ਜੀ ਜੈਨੀ ਜੀ ਪਲੀਜ਼। ਇਹ ਗੱਲਾਂ ਕਰਦੇ ਨੇ, ਇਹਨਾਂ ਨੂੰ ਪੁੱਛੋ 84 ਦੰਗੇ ਵਾਲੇ ਇਹਨਾਂ ਨੇ ਤਾਂ ਨਹੀਂ ਫੜ ਕੇ ਅੰਦਰ ਕੀਤੇ ਨੇ, ਪਰਚੇ ਵੀ ਸੀ, ਤਰਾਈ ਮਰ ਕੇ ਲੋਕ। ਡੀਰੇਲ ਨਾ ਕਰੋ ਮੋਦੀ ਸਾਹਿਬ ਨੇ ਅੰਦਰ ਨਾ ਕਰੋ ਤੁਸੀਂ ਹੁਣ 84 ਤੋਂ ਬਾਅਦ 47 ਚ ਲੈ ਜੋ ਫਿਰ ਤੁਸੀਂ 53 ਚ ਲੈ ਜਾਓ, ਇਹ ਮਤਲਬ ਨਾ ਕਰੋ ਗਿਆਨੀ ਬੀਜੇਪੀ ਤੇ ਵੀ ਕਿਸਨ ਲਾਣਾ ਇਹਨਾਂ ਨੇ ਕੀ ਕੀਤਾ? ਮੈਨੂੰ ਦੱਸੋ। ਨਹੀਂ ਇਹ ਗੱਲ ਨਹੀਂ ਹੈ, ਦੇਖੋ ਗੱਲ ਸੁਣੋ, ਦੇਖੋ ਗੱਲ ਕੀ ਹੈ ਕਿ ਜੇ ਐਂਕਰ ਸਾਹਿਬ ਇਹਨਾਂ ਨੂੰ ਸ਼ਹੀਦ ਹੋ ਗਏ 600 ਬੰਦੇ ਸ਼ਹੀਦ ਹੋ ਗਏ, ਇੱਕ ਸਾਨੂੰ ਮੁੱਤੀ ਲੈਣੀ, ਔਰ ਇਹ ਕਹਿੰਦੇ ਵੀ ਹਾਂ ਦਾ ਨਾਰਾ ਮੈਨਾਂ ਮਾਰਿਆ। ਜਦੋਂ ਮੀਟਿੰਗ ਹੁੰਦੀ ਸੀ ਉਹਦੇ ਵਿੱਚ ਸ਼ਰਧਾਂਜਲੀ ਦਿੱਤੀ ਜਾਂਦੀ ਸੀਗੀ, ਔਰ ਜਿਹੜੀ ਸ਼ਹੀਦ ਦੀ ਗੱਲ ਕਰਦੇ ਹੋ, ਮੈਂ ਮੂੰਹ ਨਹੀਂ ਖੋਲਦਾ, ਔਰ ਮੈਨੂੰ ਪਤਾ ਹੈ ਕੀ ਹੋਇਆ ਹੈ ਉੱਥੇ, ਸਾਰਾ ਪਤਾ ਹੈ ਮੈਨੂੰ, ਪਰ ਅਸੀਂ ਬੋਲਦੇ ਨਹੀਂ ਆ। ਅਸੀਂ ਚਾਹੁੰਦੇ ਹਾਂ ਕਿ ਬੋਲਣ ਨਾਲ ਕੰਮ ਵਿਗੜਦਾ ਹੈ, ਕੰਮ ਸਮਝ ਜੇ, ਕੰਮ ਗੜਬੜ ਨਾ, ਸਾਡੇ ਮਨਾਂ 'ਚ ਫਰਕ ਨਾ ਆਵੇ। ਔਰ ਕੀ ਹੋਇਆ ਉਹ ਮੈਨੂੰ ਪਤਾ, ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਪਰ ਮੈਂ ਦੱਸਦਾ ਨਹੀਂ। ਬੋਲਣਾ ਉਚਿਤ ਨਹੀਂ ਹੈ ਸਾਡੇ ਵਾਸਤੇ, ਕਿਉਂਕਿ ਸਾਡੀ ਸੈਂਟਰ 'ਚ ਸਰਕਾਰ ਹੈ, ਔਰ ਅੱਜ ਸਾਰੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਨਿਸ਼ਾਨਾ ਬਣਾ। ਮੈਂ ਤੇ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਬਿੱਟੂ ਨਾਲ ਕੀ ਹੋਈ ਸੀਗੀ? ਹੀਰਾ ਤੇ ਬਿੱਟੂ ਉੱਥੇ ਉਹ ਠੀਕ ਹੋਈ ਸੀ? ਕੀ ਕੱਲ ਪਰਸੋਂ ਉਹਨਾਂ ਦਾ ਐਮਐਲਏ ਇੱਕ ਮੇਲੇ ਗੁਰਦੁਆਰੇ ਮੱਥੇ ਟੇਕਣ ਗਿਆ ਸੀ, ਉਹਨੇ ਲੁਕ ਕੇ ਦੌੜ ਕੇ ਭੱਜ ਕੇ ਜਾਨ ਬਚਾਈ, ਕੀ ਇਹ ਠੀਕ ਹੋ ਰਿਹਾ? ਕੀ ਕਰ ਉਹਦੀ ਨਿੰਦਾ ਨਹੀਂ ਤੁਸੀਂ ਕਰਦੇ? ਕਿਉਂ ਨਹੀਂ? ਇੱਕ ਸਵਾਲ ਤੁਹਾਨੂੰ ਪਤਾ ਹੈ ਜੇ ਅਸੀਂ ਨਿੰਦਾ ਆਪਾਂ ਜਵਾਬ ਲੈਣੇ ਤਾਂ ਸਾਨੂੰ ਆਪਾਂ ਜਵਾਬ ਲੈਣੇ। ਜੈਨੀ ਜੀ ਜਿਹੜਾ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਸਵਾਲ ਕੀਤਾ ਹੈ, ਉਹਨਾਂ ਨੇ ਇਹ ਵੀ ਕਿਹਾ ਕਿ ਆਪਾਂ ਸਿੱਟ ਦੀ ਗੱਲ ਕਰ ਲਈਏ ਜਾਂ ਜਾਂਚ ਦੀ ਗੱਲ ਕਰ ਲਈਏ, ਭਾਜਪਾ ਦੀ ਜਿਹੜੀ ਸਰਕਾਰ ਹੈ ਜਿਸ ਤਰ੍ਹਾਂ ਦਾ ਵਰਤਾਰਾ, ਪ੍ਰੋਫੈਸਰ ਦਾ ਕਹਿਣਾ ਹੈ ਕਿ ਭਰੋਸਾ ਹੀ ਨਹੀਂ ਰਿਹਾ ਕਿ ਨਿਆਂ ਮਿਲੇਗਾ ਕਿ ਨਹੀਂ ਮਿਲੇਗਾ। ਪ੍ਰੋਫੈਸਰ ਮਨਜੀਤ ਸਿੰਘ ਨੇ ਸਵਾਲ ਉਠਾਇਆ ਹੈ ਜੈਨੀ ਜੀ ਇਸ ਤੇ। ਦੇਖੋ ਫਿਰ ਇਹ ਆਪ ਕਰ ਲੈਣ, ਫਿਰ ਇਹਨਾਂ ਦੇ ਕਹਿਣ ਤੇ ਹੋਊਗੀ। ਦੱਸੋ ਕਿਹਦੇ ਕੋਲ ਇਨਕੁਆਇਰੀ ਲਗਾਣੀ ਹੈ? ਜੱਜ ਤੋਂ ਉੱਪਰ ਤਾਂ ਆਉਂਦੀ ਨਹੀਂ, ਹਮੇਸ਼ਾ ਹੀ ਹੋਈ ਹੈ। ਹਾਈ ਕੋਰਟ ਦਾ ਸੀਟਿੰਗ ਜੱਜ ਹੋਵੇ ਉਹ ਜੱਜ ਲਗਾ ਲਓ, ਸਾਡਾ ਭਰੋਸਾ। ਕੋਈ ਸਰਕਾਰ ਨੇ ਕਦੇ ਮਨਾ ਨਹੀਂ ਕੀਤਾ, ਨਾ ਹੀ ਮਨਾ ਕਰਨਾ। ਜਿਵੇਂ ਪਾਰਟੀ ਇਹਨਾਂ ਨੂੰ, ਜਿਹਨਾਂ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਜਿਸ ਤਰ੍ਹਾਂ ਸੰਤੁਸ਼ਟੀ ਹੁੰਦੀ ਹੈ ਉਸ ਤਰ੍ਹਾਂ ਇਨਕੁਆਇਰੀ ਕਰਾ ਲਓ। ਪਾਰਟੀ ਬੀਜੇਪੀ ਨੂੰ ਕੀ ਲੈਣਾ ਦੇਣਾ? ਦੇਖੋ ਜੀ, ਭਾਰਤੀ ਜਨਤਾ ਪਾਰਟੀ ਜਿਹਦੀ ਸਰਕਾਰ ਹੋਵੇ ਉਹ ਕਦੇ ਚਾਹਦੇ ਵੀ ਦੰਗੇ ਹੋਣ, ਉਹ ਚਾਹੁੰਦੇ ਵੀ ਸਾਡੀ ਆਲੋਚਨਾ ਹੋਵੇ, ਕੋਈ ਨਹੀਂ ਚਾਹੁੰਦਾ। ਇਹ ਰਾਜਨੀਤੀ ਜਿਹੜੀ ਹੈ ਕੋਈ ਰਾਜ ਤਿਲਕ ਨਹੀਂ ਹੁੰਦਾ। ਇੱਕ ਵੋਟ ਵਾਸਤੇ ਘਰ ਜਾ ਕੇ ਪੈਰ ਫੜਨੇ ਪੈਂਦੇ ਆ, ਜੀ ਹਜ਼ੂਰੀ ਕਰਨੀ ਪੈਂਦੀ ਹੈ। ਐਵੇਂ ਨਹੀਂ ਗੱਦੀਆਂ ਨਸੀਬ ਲੋਕਾਂ ਨਾਲ ਹੁੰਦੀ ਹੈ, ਇਹ ਅਸੀਂ ਜਾਣਦੇ ਹਾਂ। ਕੋਈ ਇੱਥੇ ਅੰਗਰੇਜ਼ਾਂ ਦਾ ਰਾਜ ਨਹੀਂ ਹੈ, ਕੋਈ ਰਾਜਾਵਾਂ ਦਾ ਰਾਜ ਨਹੀਂ ਹੈ ਕਿ ਵੀ ਤਿਲਕ ਲਾ ਕੇ ਤੇ ਰਾਜਾ ਬਣ ਜਾਂਦਾ ਹੈ। ਲੋਕਾਂ ਵਿੱਚ ਜਾਣਾ ਪੈਂਦਾ, ਇੱਕ ਗੱਲ ਦਾ ਜਵਾਬ ਦੇਣਾ ਪੈਂਦਾ, ਉਹ ਵੀ ਅਸੀਂ ਜਾਣਦੇ ਹਾਂ। ਪਰ ਇਹ ਤਾਂ ਇਹਨਾਂ ਨੇ ਤਾਂ ਗੱਲਾਂ ਕਰਨੀਆਂ ਮਰਜ਼ੀ ਜਿਵੇਂ ਕਰੀਆਂ, ਰੋਕਦਾ ਕੌਣ ਗੱਲ ਕਰਦੇ? ਜੀ ਜੈਨੀ ਜੀ ਤੁਹਾਡੀ ਗੱਲ ਆ ਗਈ। ਆਪਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਤੋਂ ਜਵਾਬ ਲੈਣਾ। ਪ੍ਰੈਸਾ ਉਹਨਾਂ ਨੇ ਕਹਿਣਾ ਕਿ ਸਾਡੀ ਵੱਡੀ ਜ਼ਿੰਮੇਵਾਰੀ ਹੈ, ਵੱਡੀ ਜ਼ਿੰਮੇਵਾਰੀ ਕਰਕੇ ਅਸੀਂ ਬਹੁਤ ਕੁਝ ਹੋਰ ਵੀ ਬੋਲ ਸਕਦੇ ਹਾਂ ਪਰ ਨਹੀਂ ਬੋਲਦੇ। ਜਿਸ ਤਰ੍ਹਾਂ ਦੀ ਤੁਹਾਡੀ ਤਸੱਲੀ ਹੁੰਦੀ ਹੈ, ਜਿਵੇਂ ਸੰਭਵ ਹੁੰਦਾ ਉਸ ਤਰੀਕੇ ਦੇ ਫੈਸਲੇ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਸਰਕਾਰਾਂ ਲੈ ਸਕਦੀਆਂ, ਪਰ ਇਹਨਾਂ ਮਾਮਲਿਆਂ ਦੇ ਉੱਤੇ ਜਿਹੜਾ ਹੈਗਾ ਹੋਰ ਸਥਿਤੀ ਨੂੰ ਵਿਗਾੜਨ ਵਾਲੇ ਪਾਸੇ ਵੱਲ ਤੋਂ ਸੰਕੋਚ ਕਰਨਾ ਚਾਹੀਦਾ। ਕੌਣ ਵਿਗਾੜਦਾ ਸਥਿਤੀ? ਪ੍ਰੈਸਾ ਦੇਖੋ, ਪਹਿਲੀ ਗੱਲ, ਪ੍ਰਧਾਨ ਮੰਤਰੀ ਸਾਰੇ ਉਹਨਾਂ ਨੂੰ ਮੋਦੀ ਹੈ ਤਾਂ ਮੁਮਕਿਨ ਹੈ ਕਹਿੰਦੇ ਆ। ਜਦੋਂ ਇੰਨੀ ਸਾਰੀ ਬੀਜੇਪੀ ਉਹਨਾਂ ਦੀ ਭਗਤ ਆ, ਉਹਨਾਂ ਦੀ ਦੇਵਤੇ ਵਾਂਗੂ ਪੂਜਾ ਕਰਦੀ ਆ, ਤੇ ਉਸ ਦੇਵਤਾ ਰੂਪੀ ਇਨਸਾਨ ਨੂੰ ਮੂੰਹ ਖੋਲ੍ਹਣਾ ਚਾਹੀਦਾ ਔਰ ਟੀਵੀ ਤੇ ਆ ਕੇ ਕਹਿਣਾ ਚਾਹੀਦਾ। ਮੈਨੂੰ ਅਤੀ ਦਰਦ ਹੋਇਆ। ਮੈਂ ਹੁਣੇ ਹੋਮ ਮਿਨਿਸਟਰ ਨੂੰ ਸਸਪੈਂਡ ਕਰਦਾ, ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਮੈਂ ਇਨਕੁਆਇਰੀ ਕਰਵਾਉਣਾ,
ਮੈਂ ਹੁਣੇ ਆਰਡਰ ਕਰਦਾ ਆ ਹੋਮ ਮਿਨਿਸਟਰ ਦੇ ਥਰੂ, ਅਮਿਤ ਸ਼ਾਹ ਦੇ ਥਰੂ, ਕਿ ਵਿਦਨ 24 ਆਵਰਸ ਉਹ ਮੁੰਡੇ ਨੂੰ ਫੜਿਆ ਜਾਏ ਔਰ ਸਾਰੀ ਗੱਲ ਦਾ ਪਤਾ ਲਿਆ ਜਾਏ ਕਿ ਹੋਇਆ ਕੀ ਹੈ। ਜੇ ਇਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਕਰਦੇ ਹੁੰਦੇ, ਜੋ ਕਿ ਉਹਨਾਂ ਨੇ ਤੇ ਅਜੇ ਤੱਕ ਅਫਸੋਸ ਵੀ ਨਹੀਂ ਪ੍ਰਗਟ ਕੀਤਾ, ਸ਼ਰਧਾਂਜਲੀ ਦੇ ਸ਼ਬਦ ਦਾ ਸੱਸਾ ਵੀ ਨਹੀਂ ਬੋਲਿਆ, ਤਾਂ ਫਿਰ ਕਿਹੜੇ ਲੋਕਾਂ ਦਾ ਤੁਸੀਂ ਭਰੋਸੇ ਦੀ ਉਮੀਦ ਕਰਦੇ ਆ ਕਿ ਤੁਹਾਡੀ ਸਿੱਟ ਦੇ ਲੋਕ ਕਿਸੇ ਕਿਸਮ ਦਾ ਭਰੋਸਾ ਕਰਨਗੇ? ਲੋਕੀ ਤੇ ਕਹਿੰਦੇ ਆ ਕਿ ਤੁਸੀਂ ਮਾਰਨ ਲਈ ਇਹ ਕਾਂਸਪੀਰੇਸੀ ਕੀਤੀ ਹੈ। ਜਦੋਂ ਪਿੱਛੋਂ ਆ ਕੇ ਕੁਚਲਿਆ ਗਿਆ, ਗੋਲੀ ਮਾਰੀ ਗਈ ਹੈ, ਦੁਬਾਰਾ ਉੱਥੇ ਤੁਸੀਂ ਪੋਸਟਮਾਰਟਮ ਜਿਹੜਾ ਕਰਾਇਆ ਉਹ ਦੁਬਾਰਾ ਕਰਾਉਣਾ ਪਿਆ, ਗੋਲੀ ਦਾ ਉੱਥੇ ਕੋਈ ਮੈਂਸ਼ਨ ਨਹੀਂ ਹੋਇਆ, ਉਹ ਲਿਫਾਫੇ ਬੰਦ ਆ, ਜੇ ਪਤਾ ਨਹੀਂ ਉਹਦੇ ਚ ਕੀ ਹੋਊਗਾ ਕੀ ਨਹੀਂ ਹੋਊਗਾ। ਇਹੋ ਜਿਹੀ ਜਦੋਂ ਹਾਲਾਤ ਹੋਊਗੀ, ਜਿਸ ਦੇਸ਼ ਦੇ ਅੰਦਰ ਡਾਕਟਰਾਂ ਨੂੰ ਦਬਾਅ ਪਾ ਕੇ ਪੋਸਟਮਾਰਟਮ ਦੀਆਂ ਰਿਪੋਰਟਾਂ ਬਦਲ ਦਿੱਤੀਆਂ ਜਾਂਦੀਆਂ, ਔਰ ਜਿਸ ਦੇਸ਼ ਦੇ ਅੰਦਰ ਪੁਲਿਸ ਨੂੰ ਆਪਣੀ ਗੁੰਡਿਆਂ ਦੇ ਤੌਰ ਤੇ ਵਰਤਿਆ ਜਾਂਦਾ, ਇਹ ਜਿਹੜੀਆਂ ਗੱਲਾਂ ਆ ਆਪਾਂ ਜਵਾਬ ਲੈ ਲਈਏ ਗਿਆਨੀ ਜੀ। ਇੱਕ ਗੱਲ ਮੈਂ ਗਿਆਨੀ ਜੀ ਮੈਂ ਤੁਹਾਡੀ ਇੱਜ਼ਤ ਕਰਦਾ ਇਸ ਗੱਲ ਲਈ, ਸੁਣੋ ਮੇਰੇ ਵੀਰ, ਮੈਂ ਤੁਹਾਡੀ ਇੱਜ਼ਤ ਕਰਦਾ ਇਸ ਗੱਲ ਲਈ, ਘੱਟ ਤੁਸੀਂ ਇਸ ਗੱਲ ਲਈ ਬਹਾਦਰੀ ਦੱਸੀ ਹੈ, ਬਹਾਦਰੀ ਕੀਤੀ ਕਿ ਤੁਸੀਂ ਟੀਵੀ ਤੇ ਆਏ। ਬਹੁਤ ਸਾਰੇ ਜਿਹੜੇ ਬੁਲਾਰੇ ਆ ਬੀਜੇਪੀ ਦੇ, ਉਹ ਤੇ ਆਉਣਾ ਹੀ ਨਹੀਂ ਚਾਹੁੰਦੇ, ਉਹ ਗੱਲ ਹੀ ਨਹੀਂ ਕਰਨਾ ਚਾਹੁੰਦੇ, ਜੇ ਗੱਲ ਕਰਦੇ ਵੀ ਆ ਤੇ ਪੁੱਠੀ ਕਰਦੇ ਆ। ਇਸ ਲਈ ਬਹੁਤ ਚੰਗੀ ਗੱਲ ਤੁਸੀਂ ਅੱਜ ਆ ਕੇ ਬਹਿਸ 'ਚ ਸ਼ਾਮਲ ਹੋਏ, ਬੜੇ ਇੱਕ ਸੰਤੁਲਨ ਦੇ ਨਾਲ ਸ਼ਾਮਲ ਹੋਏ, ਪਰ ਲੋਕਾਂ ਦੇ ਦਰਦ ਨੂੰ ਤੁਸੀਂ ਆਪਣੇ ਮਨ ਵਿੱਚ ਵਸਾ ਕੇ ਜਾਓ, ਆਪਣੇ ਲੀਡਰਾਂ ਨੂੰ ਕਹੋ। ਆਪਾਂ ਜਵਾਬ ਲੈ ਲਈਏ ਜੀ। ਦੇਸ਼ ਦੇ ਅੰਦਰ ਬਗਾਵਤੀ ਸੁਰਾਂ ਬਹੁਤ ਤਿੱਖੀਆਂ ਹੋ ਚੁੱਕੀਆਂ, ਦੇਸ਼ 'ਚ ਹਰ ਬੰਦਾ ਸ਼ਾਂਤੀ ਚਾਹੁੰਦਾ, ਕਾਨੂੰਨ ਚਾਹੁੰਦਾ ਆ, ਵਿਕਾਸ ਚਾਹੁੰਦਾ ਆ, ਪਰ ਹਾਲਾਤ ਬਹੁਤ ਖਰਾਬ। ਇਸ ਘਟਨਾ ਤੋਂ ਬਾਅਦ ਦੇਸ਼ ਦੇ ਅੰਦਰ ਬਹੁਤ ਹਾਲਾਤ ਖਰਾਬ ਹੋ ਚੁੱਕੇ ਆ। ਇਹ ਸਰਕਾਰ ਨੂੰ ਪਤਾ, ਉਹਨਾਂ ਕੋਲ ਹਰ ਕਿਸਮ ਦੀ ਏਜੰਸੀ ਆ, ਜੇ ਠੰਡਾ ਕਰਨਾ ਤਾਂ ਤੁਰੰਤ ਐਕਸ਼ਨ ਕੀਤੇ ਜਾਣ। ਜੀ ਜਾਨੀ ਜੀ, ਮੈਂ ਇਸ ਤੋਂ ਪਹਿਲਾਂ ਕਿ ਸਵੈਜ ਜੀ ਤੋਂ ਸਵਾਲ ਲਵਾਂ, ਤੁਸੀਂ ਇਸ ਮੁੱਦੇ ਤੇ ਕੋਈ ਗੱਲ ਜ਼ਰੂਰ ਕਰਨਾ ਚਾਹੁੰਦੇ ਸੀ, ਆਪਣੀ ਗੱਲ ਮੁਕੰਮਲ ਕਰੋ। ਤੁਸੀਂ ਆਪ ਹੀ ਜਾਨੀ ਜੀ ਇਹ ਗੱਲ ਕਹਿ ਰਹੇ ਹੋ ਕਿ ਸੰਭਲਣ ਦੀ ਲੋੜ ਹੈ। ਜੇ ਸੰਭਲਣ ਦੀ ਲੋੜ ਹੈ ਤਾਂ ਦੇਖੋ, ਜਿੱਦਾਂ ਪ੍ਰੈਸ ਸਾਹਿਬ ਕਹਿ ਰਿਹਾ, ਸੱਤਾ ਦੇ ਵਿੱਚ ਭਾਜਪਾ ਹੈਗੀ ਹੈ, ਤਾਂ ਉਹਨੂੰ ਦਲੇਰਾਨਾ ਤੌਰ ਤੇ ਜ਼ਰੂਰ ਇਦਾਂ ਦੇ ਸਟੈਪਸ ਲੈਣੇ ਚਾਹੀਦੇ ਜਿਹੜੇ ਹਾਲਾਤ ਸੁਧਾਰਨ ਵੱਲ ਨੂੰ ਜਾਣ। ਹਾਲਾਤ ਡੇ ਬਾਈ ਡੇ ਇਸ ਤਰ੍ਹਾਂ ਦੇ ਜਿਹੜੇ ਟੈਨਸ਼ਨ ਹੋ ਰਿਹਾ, ਨਾ ਦੇਸ਼ ਦੇ ਹਿੱਤ ਵਿੱਚ ਹੈ, ਤੁਸੀਂ ਖੁਦ ਵੀ ਕਹਿ ਰਹੇ ਹੋ, ਨਾ ਸਾਡੇ ਆਪਣੇ ਇੱਥੋਂ ਦੇ ਵਸਨੀਕਾਂ ਦੇ ਹਿੱਤ ਵਿੱਚ ਹੈ। ਸਭ ਮੇਰੀ ਗੱਲ ਜੀ ਸਾਹਿਬ, ਜਿਵੇਂ ਸਾਹਿਬ ਕਹਿ ਰਹੇ ਨੇ ਵੀ ਸਾਨੂੰ ਸੁਪਰੀਮ ਕੋਰਟ ਤੇ ਇਤਬਾਰ ਨਹੀਂ, ਹਾਈ ਕੋਰਟ ਤੇ ਇਤਬਾਰ ਨਹੀਂ, ਡਾਕਟਰਾਂ ਦੇ ਪੈਨਲ ਤੇ ਇਤਬਾਰ ਨਹੀਂ, ਅਜੇ ਦੂਸਰੀ ਵਾਰੀ ਪੋਸਟਮਾਰਟਮ ਹੋ ਗਿਆ, ਇਹ ਫਿਰ ਹੀ ਕਹਿੰਦੇ ਵੀ ਪੋਸਟਮਾਰਟਮ ਰਿਪੋਰਟਾਂ ਬਦਲਾਤੀਆਂ। ਮੈਨੂੰ ਇਹ ਸਮਝ ਨਹੀਂ, ਦੇਖੋ ਇੱਕ ਤਰਫਾ ਗੱਲ ਨਾ ਕਰੋ। ਇਹ ਗਲਤੀ ਕੋਈ ਡਰਾਈਵਰ ਹੈ, ਉਹਦੀ ਗਲਤੀ, ਉਹਨੂੰ ਸਜ਼ਾ ਮਿਲੇਗੀ, ਮਿਲਣੀ ਚਾਹੀਦੀ ਹੈ, ਕੋਈ ਨਹੀਂ ਬਖਸ਼ੇਗਾ। ਪਰ ਤੁਸੀਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰਦੇ ਜਿਨ੍ਹਾਂ ਨੂੰ ਸਰੇਆਮ ਡੰਡੇ ਮਾਰ ਕੇ ਮਾਰੇ ਜਾ ਰਹੇ ਨੇ। ਉਹਨਾਂ ਦਾ ਕੀ ਗਰੀਬਾਂ ਦਾ ਕਸੂਰ ਸੀ ਦੱਸੋ? ਠੀਕ ਹੈ, ਉਹ ਗੱਡੀਆਂ ਨੇ ਗਲਤੀ ਕੀਤੀ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਅਸੀਂ ਉਹਦੇ ਪੱਖਦਰ ਨਹੀਂ ਆ। ਜਿਹਨੇ ਗੁਨਾਹਗਾਰੀ ਕੀਤੀ ਮਿਲਣੀ ਚਾਹੀਦੀ ਹੈ। ਕੀ ਉਹਨਾਂ ਲੋਕਾਂ ਨੂੰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਤੁਸੀਂ ਉਹਨਾਂ ਦਾ ਪੱਖ ਕਰਦੇ ਹੋਗੇ? ਜਿਸ ਤਰ੍ਹਾਂ ਡੰਡਿਆਂ ਨਾਲ ਕੁੱਟ ਕੇ ਕਿਸ ਤਰ੍ਹਾਂ ਮਾਰੇ ਗਏ, ਦੱਸੋ ਮੈਨੂੰ। ਉਹਨਾਂ ਦੀ ਆਪਾਂ ਕਰਦੇ, ਜਿਹੜੇ ਤਾਂ ਗਰੀਬ ਸੀ, ਕਿਸੇ ਮਾਂ ਦੇ ਪੁੱਤ, ਕਿਸੇ ਦੇ ਬੱਚੇ, ਜੈਨੀ ਸਾਹਿਬ ਇਹਦੇ ਤੇ ਉਹਨਾਂ ਦੇ ਵੀ ਜੈਨੀ ਸਾਹਿਬ ਉਹ ਗੱਲ ਨਹੀਂ ਕਰਨੀ। ਜੈਨੀ ਸਾਹਿਬ ਬਿਲਕੁਲ, ਜੈਨੀ ਸਾਹਿਬ ਇਹਦੇ ਤੇ ਜਿਹੜਾ ਸਵਾਲ ਉੱਠ ਰਿਹਾ ਹੈ, ਤੁਸੀਂ ਬਹੁਤ ਸੰਜੀਦਾ ਸੀਨੀਅਰ ਨੇਤਾ ਹੋ ਜਿਹੜੇ ਜੀ ਕਿਸਾਨ ਇਸ ਤਰ੍ਹਾਂ ਕਦੇ ਵੀ ਨਹੀਂ ਕਰਦਾ। ਜੈਨੀ ਜਿਹੜਾ ਕਿਸਾਨ ਨਹੀਂ ਕਰਦੇ। ਜੈਨੀ ਜਿਹੜਾ ਸਵਾਲ ਉੱਠ ਰਿਹਾ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਗੱਡੀਆਂ ਚੜਾਈਆਂ ਗਈਆਂ, ਜਿਸ ਤਰੀਕੇ ਨਾਲ ਉੱਥੇ ਹਫੜਾ ਤਫੜੀ ਮੱਚੀ ਔਰ ਕਿਸਾਨ ਹੇਠਾਂ ਲਏ ਗਏ, ਇੱਕ ਬਹੁਤ ਵੱਡਾ ਤੁਸੀਂ ਜਾਣਦੇ ਹੋ, ਦੇਖੋ ਮੌਤ ਦਾ ਰੋਸ ਤੇ ਗੁੱਸਾ ਆਪਾਂ ਜਾਣਦੇ ਹਾਂ। ਜਦੋਂ ਇਹੋ ਜਿਹੀ ਮੰਦਭਾਗੀ ਘਟਨਾ ਵਾਪਰਦੀ ਆ, ਆਪਾਂ ਸਾਰੇ ਜਾਣਦੇ ਹਾਂ ਕਿ ਡੰਡਾ ਵੀ ਕਿਸੇ ਦੇ ਵੱਜਦਾ ਤੇ ਕਿੱਦਾਂ ਦਾ ਰੋਹ ਹੁੰਦਾ। ਤੇ ਜਦੋਂ ਬੰਦੇ ਸਾਹਮਣੇ ਗੱਡੀਆਂ ਦੇ ਹੇਠਾਂ ਡਿੱਗ ਰਹੇ ਆ ਤੇ ਉੱਥੇ ਕੀ ਕੁਝ ਹੋਇਆ ਹੋਏਗਾ, ਉਹਨੂੰ ਆਪਾਂ ਜਸਟੀਫਾਈ ਨਹੀਂ ਕਰ ਸਕਦੇ, ਪਰ ਉਹਦੀ ਪਿਛੋਕੜ ਦੇਖੋ ਨਾ ਕਿ ਕਿਉਂ ਕੁਝ ਵਾਪਰਿਆ। ਇਸ ਕਰਕੇ ਸਵਾਲ ਜੈਨੀ ਜੀ ਆਪਾਂ ਉਹਨੂੰ ਆਪਣਾ ਰਲ ਕੱਢ ਨਹੀਂ ਕਰ ਸਕਦੇ ਕਿ ਜੋ ਘਟਨਾਵਾਂ ਵਾਪਰੀਆਂ ਹੈ ਉਹਦਾ ਸਿੱਟਾ ਤਾਂ ਹੋ ਸਕਦਾ ਕਿ ਹੋਰ ਮੰਦਭਾਗੀਆਂ। ਜੀ ਆਪਾਂ ਉਹਦੇ ਕੋਈ ਫਰਕ ਨਹੀਂ ਕਰਦੇ। ਗੁਨਾਹਗਾਰ ਦਾ ਗੁਨਾਹਗਾਰ ਹੈ, ਮੈਂ ਟਾਈਮ ਨਹੀਂ ਲੈਂਦਾ। ਸਿੱਧੂ ਸਾਹਿਬ, ਆਸ਼ੀਸ਼ ਦੀ ਗੱਡੀ ਉਲਟ ਗਈ, ਉਹ ਭੱਜਿਆ ਉੱਥੋਂ, ਉਹਦੀ ਗੱਡੀ ਡਿਰੇਲ ਹੋ ਗਈ, ਉਹ ਕੋ ਕੰਟਰੋਲ ਨਹੀਂ ਰਹੀ, ਭੱਜਿਆ, ਉਹ ਗੰਨੇ ਦੇ ਖੇਤਾਂ ਵੱਲ ਨੂੰ ਭੱਜਿਆ। ਉਹ ਮੁੰਡਾ ਜਿਹਨੂੰ ਗੋਲੀ ਲੱਗੀ, ਜਿਹਦਾ ਦੁਬਾਰਾ ਪੋਸਟਮਾਰਟਮ ਹੋਇਆ ਆ, ਉਹਨੂੰ ਜੱਫੀ ਪਾਉਣ ਲੱਗਾ, ਉਹਨੇ ਗੋਲੀ ਮਾਰ ਕੇ ਭੱਜਿਆ। ਉਦੋਂ ਬਾਅਦ ਉਹ ਗੋਲੀਆਂ ਮਾਰਦਾ ਭੱਜਿਆ। ਇਹ ਕਹਿੰਦੇ ਉੱਥੇ ਮੁੰਡਾ ਹੀ ਨਹੀਂ ਮੇਰਾ ਤੇ ਹੈਗਾ। ਕਿਹੜੀਆਂ ਇਨਕੁਆਇਰੀਆਂ ਹੋਣਗੀਆਂ ਜੇ ਹੋਮ ਮਿਨਿਸਟਰ ਕਹਿੰਦਾ ਮੇਰਾ ਮੁੰਡਾ ਉੱਥੇ ਸ਼ਾਮਲ ਨਹੀਂ ਹੈਗਾ? ਲੋਕਾਂ ਨੇ ਵੀਡੀਓ ਤੱਕ ਦਿਖਾਤੀਆਂ। ਇਸ ਗੱਲ ਤੇ ਪਰਦੇ ਨਹੀਂ ਪੈਣੇ।
ਐਕਸ਼ਨ ਲਓ, ਐਕਸ਼ਨ ਉਸ ਸਾਡੀ ਚੀਜ਼ ਦਾ ਵੀਡੀਓ ਨਹੀਂ ਆਇਆ, ਉਸ ਚੀਜ਼ ਦਾ ਵੀਡੀਓ ਨਹੀਂ ਆ ਜਾਊਗਾ ਵੀਡੀਓ ਤਾਂ ਦੇਖੋ ਇਨਸਾਫ ਤਾਂ ਮਿਲਣਾ ਚਾਹੀਦਾ, ਅਸੀਂ ਨਾਲ ਹੈਗੇ ਆ, ਉਹ ਸਾਡੇ ਨੇ ਜਾਨੀ ਜੀ ਆਪਾਂ ਹੈਗੇ ਜੀ। ਓਕੇ, ਥੈਂਕ ਯੂ ਵੈਰੀ ਮਚ। ਮੈਂ ਸਵੈ ਜੀ ਤੋਂ ਸਵਾਲ ਲੈ ਲਈ। ਸਵੈ ਜੀ, ਜਿਹੜਾ ਤੁਸੀਂ ਕਿ ਆਪ ਵੀ ਇਸ ਗੱਲ ਤੇ ਹੈ ਹੀ ਹੈ, ਪ੍ਰੋਫੈਸ਼ਨਲੀ ਵੀ ਸੀਨੀਅਰ ਐਡਵੋਕੇਟ ਹੋ, ਪਾਰਟੀ ਨੂੰ ਵੀ ਸੰਬੰਧ ਕਰਦੇ ਹੋ, ਬੁਲਾ ਰਹੇ ਹੋ, ਜਿੱਦਾਂ ਜਾਨੀ ਜੀ ਵੀ ਕਹਿ ਰਿਹਾ ਹੈ ਕਿ ਆਖਰਕਾਰ ਜਿਹੜਾ ਸੱਚ ਜਾਂ ਨਿਆਂ ਹੈ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਸ ਮਾਮਲੇ ਤੇ, ਜਿਸ ਦੇਸ਼ ਦਾ ਭਲਾ ਚਾਹੁੰਦੇ ਆ ਆਪਾਂ ਸਾਰੇ, ਤਾਂ ਨਿਆਂ ਜਾਂ ਇਨਸਾਫ ਤਾਂ ਮਿਲਣਾ ਚਾਹੀਦਾ ਹੈ। ਚਾਹੇ ਗ੍ਰਹਿ ਮੰਤਰੀ ਦਾ ਬੇਟਾ ਹੈ, ਚਾਹੇ ਗ੍ਰਹਿ ਮੰਤਰੀ ਖੁਦ ਜ਼ਿੰਮੇਵਾਰ ਹੈ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਮਾਮਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਰਕਾਰ ਕਾਰਵਾਈ ਕਰੇਗੀ ਤਾਂ ਹੀ ਕਾਨੂੰਨ 'ਚ ਭਰੋਸਾ ਬਹਾਲ ਹੋਏਗਾ, ਤਾਂ ਹੀ ਲੋਕਾਂ ਦੇ ਅੰਦਰ ਜਿਹੜੀ ਅਮਨ ਦੀ ਗੱਲ ਕਰਦੇ ਆ ਤਾਂ ਹੀ ਅਮਨ ਹੋ ਸਕਦਾ। ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ? ਦੇਖੋ, ਇਸੇ ਕਰਕੇ ਮੈਂ ਜੋ ਪ੍ਰੋਫੈਸਰ ਮਨਜੀਤ ਸਿੰਘ ਜੀ ਕਹਿ ਰਹੇ ਨੇ, ਮੈਂ ਉਹਨਾਂ ਦੀ ਇਸ ਗੱਲ ਨਾਲ ਸਹਿਮਤੀ ਰੱਖਦਾ ਹਾਂ ਕਿ ਇਹਦੇ ਵਿੱਚ ਅਗਰ ਤੁਸੀਂ ਨਿਰਪੱਖ ਜਿਹੜੀ ਹੈਗੀ ਹੈ ਤਫਤੀਸ਼ ਜਿਹੜੀ ਹੈਗੀ ਆ, ਆਪਾਂ ਉਹਦੀ ਆਸ ਕਰੀਏ ਜੇਕਰ, ਤਾਂ ਇੱਕ ਸਿਟਿੰਗ ਸੁਪਰੀਮ ਕੋਰਟ ਜੱਜ ਸਾਹਿਬ ਦੀ ਜਿਹੜੀ ਹੈਗੀ ਹੈ ਦੇਖ ਰੇਖ ਦੇ ਵਿੱਚ ਤਫਤੀਸ਼ ਹੋਵੇ, ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈਗਾ। ਬਿਨਾਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ, ਕਿਉਂਕਿ ਰਿਟਾਇਰਡ ਨਹੀਂ, ਸਿਟਿੰਗ ਜੱਜ ਦੀ ਦੇਖ ਰੇਖ ਤੋਂ ਬਿਨਾਂ ਇਹਦੇ ਵਿੱਚ ਇਨਸਾਫ ਜਿਹੜਾ ਹੈਗਾ ਉਹ ਮਿਲਣ ਦੀ ਉਮੀਦ ਘੱਟ ਹੈ। ਕਾਰਨ ਕੀ ਹੈਗਾ? ਜਿਵੇਂ ਹੁਣੇ ਜੈਨ ਸਾਹਿਬ ਨੇ ਗੱਲ ਕੀਤਾ ਕਿ ਤੁਸੀਂ ਉਹਦੀ ਗੱਲ ਨਹੀਂ ਕਰ ਰਹੇ ਜਿਹੜੇ ਬੀਜੇਪੀ ਦੇ ਜਿਹੜੇ ਉੱਥੋਂ ਜਿਹੜੇ 3-4 ਜਿਹੜੀ ਮੌਤ ਹੋਈ ਹੈ ਉਹਨੂੰ ਕੁੱਟ ਕੇ ਮਾਰਿਆ, ਜਿਵੇਂ ਐਲੀਗੇਸ਼ਨ ਲਾਉਂਦੇ ਨੇ। ਲੇਕਿਨ ਮੈਂ ਦੇਖੋ, ਮੈਂ ਕਿਸੇ ਦਾ ਪੱਖਪਾਤ ਨਹੀਂ ਕਰ ਰਿਹਾ, ਮੈਂ ਹੁਣ ਪਾਰਟੀ ਲਾਈਨ ਤੇ ਵੀ ਨਹੀਂ ਗੱਲ ਕਰ ਰਿਹਾ, ਮੈਂ ਬਤੌਰ ਵਕੀਲ ਗੱਲ ਕਰ ਰਿਹਾ। ਇੱਕ ਸਾਡੇ ਕਾਨੂੰਨ ਦੇ ਵਿੱਚ ਇਹ ਹੈਗਾ ਸੈਲਫ ਡਿਫੈਂਸ ਕਹਿੰਦੇ ਨੇ ਉਹਨੂੰ। ਜੇ ਤੁਹਾਡੇ ਘਰ ਤੇ ਕੋਈ ਅਟੈਕ ਕਰਦਾ ਆ ਕੇ, ਤੁਹਾਡੇ ਘਰ ਤੇ ਆ ਕੇ ਤੁਹਾਨੂੰ ਗੋਲੀਆਂ ਮਾਰਦਾ ਤੇ ਤੁਹਾਡੇ ਕੋਲ ਤੁਸੀਂ ਉਹਨੂੰ ਮਾਰਦੇ ਹੋ ਉਲਟਾ, ਧਾੜ ਵੀ ਤੁਸੀਂ ਮਾਰ ਵੀ ਦਿੰਦੇ ਹੋ, ਤਾਂ ਤੁਸੀਂ ਕੋਈ ਗੁਨਾਹ ਨਹੀਂ ਕਰਦੇ। ਇਸੇ ਤਰ੍ਹਾਂ ਉੱਥੇ ਜਿਹੜੇ ਹੈਗੇ ਗੱਡੀਆਂ ਚੜਾਈਆਂ ਗਈਆਂ ਪਿੱਛੋਂ ਲੋਕਾਂ ਤੇ, ਜਿਹੜੇ ਸ਼ਾਂਤੀ ਨਾਲ ਤੁਰੇ ਜਾ ਰਹੇ ਸੀ ਉੱਥੇ ਗੱਡੀਆਂ ਚੜਾਈਆਂ ਗਈਆਂ, ਬਾਅਦ ਦੇ ਵਿੱਚ ਗੋਲੀਆਂ ਚਲਾ ਕੇ ਗੋਲੀਆਂ ਵੀ ਚਲਾਈਆਂ, ਜਿਵੇਂ ਦੱਸ ਰਹੇ ਪ੍ਰੋਫੈਸਰ ਸਾਹਿਬ, ਤੇ ਆਪਾਂ ਵੀਡੀਓ ਦੇਖਿਆ ਵੀ ਹੈਗਾ। ਤੇ ਇਸ ਵਰਤਾਰੇ ਦੇ ਵਿੱਚ ਜਦੋਂ ਏਦਾਂ ਘਟਨਾ ਹੋ ਰਹੀ ਹੋਵੇ, ਧਾੜ ਵੀ ਆ ਕੇ ਗੱਡੀਆਂ ਚੜਾਉਣ, ਗੋਲੀਆਂ ਚਲਾਉਣ, ਜੇ ਉੱਥੇ ਲੋਕਾਂ ਨੇ ਡਿਫੈਂਸ ਦੇ ਵਿੱਚ ਪ੍ਰੋਵੋਕੇਟ ਹੋ ਕੇ, ਜਿਹਨੂੰ ਕਹਿੰਦੇ ਨੇ ਉਸ ਸਿਚੁਏਸ਼ਨ ਦੇ ਵਿੱਚ ਉਹਨਾਂ ਸੱਟਾਂ ਮਾਰੀਆਂ ਜਿਹਦੇ ਬਾਅਦ ਚ ਮੌਤ ਹੋ ਗਈ, ਤਾਂ ਉਹਨਾਂ ਕੋਲ ਡਿਫੈਂਸ ਮਿਲਦਾ ਉਹਨਾਂ ਨੂੰ ਗੁਨਾਹਗਾਰ ਨਹੀਂ ਕਹਿ ਸਕਦੇ। ਲੇਕਿਨ ਇਹ ਸਾਰੀਆਂ ਗੱਲਾਂ ਮੈਂ ਟੈਂਟੇਟਿਵਲੀ ਕਹਿ ਰਿਹਾ, ਅਲਟੀਮੇਟਲੀ ਉੱਥੇ ਮੌਕੇ ਤੇ ਜੋ ਗਵਾਹ ਨੇ, ਮੌਕੇ ਤੇ ਜੋ ਹੋਇਆ ਹੈਗਾ ਉਹਦੀ ਤਫਤੀਸ਼ ਨਿਰਪੱਖ ਤੌਰ ਤੇ ਹੋਏਗੀ ਤੇ ਸੁਪਰੀਮ ਕੋਰਟ ਜੱਜ ਸਾਹਿਬਾਨ ਦੇਖ ਰੇਖ ਚ ਹੋਏਗੀ, ਤਾਂ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਕਿ ਕਿਵੇਂ ਜਿਹੜਾ ਸਾਰੀ ਘਟਨਾਕ੍ਰਮ ਦਾ ਜਿਹੜਾ ਹੈਗਾ ਉਹਦਾ ਕੱਲੀ ਘਟਨਾ ਜਿਹੜੀ ਹੈਗੀ ਹੈ ਉਹਦੀ ਪੜਚੋਲ ਕਰਕੇ ਤੇ ਗੁਨਾਹਗਾਰਾਂ ਜਿਹੜੀ ਹੈਗੀ ਸਜ਼ਾ ਇਸ ਤਰ੍ਹਾਂ ਮਿਲੇਗੀ। ਸੋ ਇਹ ਹੋਣਾ ਚਾਹੀਦਾ ਹੈਗਾ। ਇਹ ਨਹੀਂ ਹੈ ਕਿ ਯੂਪੀ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਆਪਦੀ ਐਸਆਈਟੀ ਬਣਾ ਕੇ ਜਾਂ ਉਹਦੇ ਨਾਲ ਇਨਸਾਫ ਮਿਲਣ ਦੀ ਉਮੀਦ ਬਹੁਤ ਘੱਟ ਹੈਗੀ ਹੈ, ਖਾਸ ਕਰ ਜਦੋਂ ਮੁਲਜ਼ਮ ਬਹੁਤ ਹਾਈ ਪੋਜੀਸ਼ਨ ਤੇ ਨੇ। ਤੇ ਜਦੋਂ ਆਪਾਂ ਵਰਤਾਰਾ ਨਜ਼ਰ ਆ ਰਿਹਾ ਸਾਹਮਣੇ, ਜਦੋਂ ਉਲਟੀ ਕਹਾਣੀਆਂ ਜਿਹੜੀਆਂ ਹੈਗੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ, ਉਹਨਾਂ ਨੂੰ ਬਚਾਉਣ ਵਾਸਤੇ ਕਹਾਣੀਆਂ ਘੜੀ ਜਾ ਰਹੇ ਕਿ ਮੁੰਡਾ ਉੱਥੇ ਹੈ ਨਹੀਂ ਸੀ, ਆਹ ਨਹੀਂ ਸੀ, ਵਾਹ ਨਹੀਂ ਸੀ, ਇਦਾਂ ਦਾ ਵਰਤਾਰਾ ਹੋਵੇ ਤਾਂ ਉਮੀਦ ਘੱਟ ਹੈਗੀ ਇਨਸਾਫ ਮਿਲਣ ਦੀ। ਤੇ ਲੇਕਿਨ ਆਪਾਂ ਨੂੰ ਫਿਰ ਵੀ ਉਮੀਦ ਹੈ, ਕਿਉਂਕਿ ਅਸੀਂ ਸੰਵਿਧਾਨ ਦੇ ਵਿੱਚ ਰੂਲ ਆਫ ਲਾਅ ਦੇ ਵਿੱਚ ਆਪਾਂ ਵਿਸ਼ਵਾਸ ਕਰਦੇ ਹੈਗੇ ਆ। ਮਾਨਯੋਗ ਸੁਪਰੀਮ ਕੋਰਟ ਜੱਜ ਨੂੰ ਬਿਠਾ ਦੇਣਾ ਹੈ, ਉਹਦੀ ਦੇਖ ਰੇਖ ਚ ਇਨਕੁਆਇਰੀ ਹੋ ਜਾਏ, ਇਨਵੈਸਟੀਗੇਸ਼ਨ ਤਫਤੀਸ਼ ਹੋ ਜਾਏ, ਤਾਂ ਕਿ ਦੁੱਧ ਪਾਣੀ ਦੇ ਪਾਣੀ ਹੋ ਜਾਏ ਤੇ ਲੋਕਾਂ ਦਾ ਕੌਨਫੀਡੈਂਸ ਵੀ ਤਾਂ ਹੀ ਬਣੇਗਾ ਨਾ ਜੀ ਸਰਕਾਰ ਦੇ ਵਿੱਚ। ਤੇ ਮੈਂ ਕਹਿੰਦਾ ਬੀਜੇਪੀ ਨੂੰ ਖੁਦ ਚਾਹੀਦਾ ਹੈ ਕਿ ਲੋਕਾਂ ਦਾ ਦੁਬਾਰਾ ਟਰਸਟ, ਫੇਥ, ਕੌਨਫੀਡੈਂਸ ਸਰਕਾਰ ਦੇ ਵਿੱਚ ਬਹਾਲ ਕਰਨ ਲਈ ਉਹਨਾਂ ਨੂੰ ਖੁਦ ਚਾਹੀਦਾ ਕਿ ਅਸੀਂ ਲੌਜ ਕਰ ਰਹੇ ਹਾਂ। ਬਿਲਕੁਲ ਜਾਨੀ ਜੀ ਤੁਸੀਂ ਇਸ ਮੁੱਦੇ ਤੇ ਦਿਓ ਜਵਾਬ। ਮੈਂ ਪ੍ਰਸਾਦ ਸਾਹਿਬ ਤੋਂ ਬਾਅਦ ਗੱਲ ਕਰਾਂਗਾ। ਜੋ ਗੱਲ ਕੀਤੀ ਹੈ, ਦੇਖੋ ਉਹਨਾਂ ਨੇ ਕਹਿੰਦੇ ਮੈਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ, ਯੈਸ ਸਰ ਵਕੀਲ ਸਾਹਿਬ ਗੱਲ ਕਰ ਰਹੇ ਨੇ, ਮੇਰੀ ਗੱਲ ਸੁਣ ਲਓ। ਜਿਹੜੇ ਉੱਥੇ ਫਿਰ ਕਿ ਹਜ਼ਾਰਾਂ ਬੰਦੇ ਗਏ ਸੀ, 4 ਬੰਦੇ ਗਏ, ਹਜ਼ਾਰਾਂ ਬੰਦਿਆਂ ਦੇ ਵਿੱਚ 4 ਬੰਦੇ ਜਾ ਕੇ ਕੋਈ ਗੜਬੜ ਕਰ ਸਕਦੇ ਆ? ਕਿਹਨੂੰ ਆਪਣੀ ਜਾਨ ਪਿਆਰੀ ਨਹੀਂ ਹੈ? ਐਡੇ ਕਿੱਡੇ ਬਹਾਦਰ ਸੀ, ਮੈਨੂੰ ਦੱਸੋ ਕਿ 4 ਬੰਦੇ 1000 ਬੰਦਿਆਂ ਦੇ ਵਿੱਚ ਜਾ ਕੇ ਜੀ ਗੜਬੜ ਕਰ ਸਕਦਾ? ਜ਼ਰੂਰਤ ਹੀ ਨਹੀਂ ਪੈਂਦੀ। ਆ ਤੁਹਾਨੂੰ ਮੈਂ ਦੱਸ ਦਿਆਂ, ਠੀਕ ਹੈ, ਇਨਕੁਆਇਰੀ ਹੋਏਗੀ, ਉਹਦੇ ਵਿੱਚ ਸਾਰੀ ਗੱਲ ਆ ਜਾਊਗੀ। ਐਡਾ ਕੋਈ ਸ਼ੇਰ ਨਹੀਂ ਹੁੰਦਾ, ਪਤਾ ਹੈ ਕਿੰਨੇ ਬੰਦੇ ਸੀ ਉੱਥੇ। ਕਿਸਾਨ ਜਥੇਬੰਦੀ ਕਹਿ ਲਓ ਜਾਂ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੇ ਬੰਦੇ ਗਏ ਸੀ, ਹਜ਼ਾਰਾਂ ਬੰਦੇ ਸੀ, ਔਰ ਹਜ਼ਾਰਾਂ ਬੰਦਿਆਂ ਦੇ ਵਿੱਚ ਕਦੇ ਕੋਈ 4 ਬੰਦੇ ਦੀ ਜਾਨੀ ਸਾਹਿਬ ਦੇਖੋ ਜਾਨੀ ਜੀ ਬਿਲਕੁਲ ਇਹਦੀ ਨਿੰਦਾ ਕਰਨੀ ਚਾਹੀਦੀ ਹੈ, ਪਰ ਇਸ ਤਰ੍ਹਾਂ ਦੀ ਗੱਲ ਨਾ ਕਰੋ। ਜਾਨੀ ਜੀ ਤੁਸੀਂ ਬੜੇ ਸੁਲਝੇ ਸਾਰੇ, ਤੁਹਾਡਾ ਰਿਕਾਰਡ ਨਾਲ ਗੱਲ ਕਰਦੇ ਆ, ਤੁਹਾਡੇ ਨਾਲ ਇਹ ਗੱਲ ਸਹੀ ਵੀ ਹੈ, ਪਰ ਗੱਲ ਕਰਦੇ ਦੇਖੋ ਗੱਲ ਹਜ਼ਾਰਾਂ ਦੀ 500 ਜਾਂ 100 ਗੱਲ ਨਹੀਂ। ਜੋ ਗੱਡੀਆਂ ਚੜਾ ਕੇ ਐਕਸ਼ਨ ਕੀਤਾ, ਉਸ ਗੱਲ ਨੂੰ ਤਾਂ ਦੇਖੋ ਕਿਸੇ ਤਰੀਕੇ ਨਾਲ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਨਾ। ਜੇ 1000 ਬੰਦੇ ਦੇ ਚ ਜਾ ਕੇ ਪਿੱਛੋਂ ਕੋਈ ਬੰਦਾ ਗੋਲੀ ਮਾਰਦੇ ਉਹਨੂੰ ਜਸਟੀਫਾਈ ਥੋੜੀ ਕਰ ਸਕਦੇ ਆਪਾਂ। ਦੇਖੋ
ਜੇ ਗੋਲੀ ਹੈ ਤਾਂ ਗੋਲੀ ਵੀ ਆ ਜੂ ਸਾਹਮਣੇ, ਸਾਰਾ ਕੁਝ ਹੋ ਜੂ, ਪੋਸਟਮਾਰਟਮ ਹੋ ਜੂ। ਨਹੀਂ, ਸਵਾਲ ਇਹ ਹੈ ਕਿ ਗੱਡੀਆਂ ਚੜਾਈਆਂ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਇਹ ਪ੍ਰਧਾਨ ਮੰਤਰੀ ਨੇ ਕਰਵਾਇਆ? ਕੀ ਤੁਸੀਂ ਚਾਹੁੰਦੇ ਹੋ ਮੁੱਖ ਮੰਤਰੀ ਨੇ ਕਰਵਾਇਆ? ਮਤਲਬ ਕੀ ਹੈ ਕਿ ਗੰਦਾ ਕੋਈ ਵੀ ਬੰਦਾ, ਮਾੜਾ ਅਨਸਰ ਕਿਸੇ ਪਾਰਟੀ ਵਿੱਚ ਵੀ ਹੋ ਸਕਦਾ ਹੈ, ਕਿਸੇ ਘਰ ਦੇ ਵਿੱਚ ਵੀ ਪੈਦਾ ਹੋ ਸਕਦਾ ਹੈ। ਇਹ ਵੀ ਤਾਂ ਗੱਲ ਹੈ, ਉਹਦੀ ਕੋਈ ਪਕਸ਼ ਕਰਦਾ ਕਿ ਮਾੜਾ, ਮਤਲਬ ਇਹ ਗੱਲ ਨਹੀਂ ਹੈ। ਦੇਖੋ ਆਪਾਂ ਉਦੋਂ ਤੱਕ ਕੁਝ ਨਹੀਂ ਕਹਿਣਾ ਚਾਹੁੰਦੇ ਜਦੋਂ ਤੱਕ ਇਨਕੁਆਇਰੀ ਹੋ ਜਾਏਗੀ, ਸਭ ਕੁਝ ਨਿਰਣय ਹੋਏਗਾ। ਅਗਰ ਨਹੀਂ, ਆ ਜਿਹੜੀ ਵਕੀਲ ਸਾਹਿਬ ਗੱਲ ਕਹਿੰਦੇ ਨੇ ਉੱਥੇ ਭੱਜ ਜਾਈਦੇ, ਸਾਰੇ ਮੰਗ ਕਰਨ ਕਿ ਵੀ ਸੀਟਿੰਗ ਜੱਜ ਕੋਲ ਇਨਕੁਆਇਰੀ ਹੋਵੇ, ਸਾਰੇ ਮੰਗ ਕਰਨ, ਹੋ ਜੂਗੀ, ਕਿਹੜੀ ਗੱਲ ਹੈ। ਚਲੋ ਠੀਕ ਤੁਹਾਡੀ ਗੱਲ ਆ ਗਈ। ਪ੍ਰੋਫੈਸਰ ਮਨਜੀਤ ਸਿੰਘ ਇਸ ਮੁੱਦੇ ਤੇ ਦੇਖੋ, ਅਫਸੋਸ ਵਾਲੀ ਗੱਲ ਇਹ ਆ ਕਿ ਅੱਜ ਦੀ ਬੀਜੇਪੀ ਦੀ ਕੈਬਨਿਟ ਦੇ ਵਿੱਚ ਤਕਰੀਬਨ 45% ਮਿਨਿਸਟਰ ਇਹੋ ਜਿਹੇ ਬੈਠੇ ਆ ਜਿਨ੍ਹਾਂ ਦੀ ਉਹਨਾਂ ਦੇ ਆਪਣੇ ਐਫੀਡੇਵਿਟ ਦੇ ਵਿੱਚ ਜਦੋਂ ਉਹ ਚੋਣ ਲੜਦੇ ਉਹਨਾਂ ਨੇ ਕਿਹਾ ਕਿ ਸਾਡੇ ਤੇ ਕਿਸੇ ਦਾ ਕਿਸੇ ਕਿਸਮ ਦੇ ਕ੍ਰਿਮੀਨਲ ਕੇਸ ਸੀਗੇ ਜਾਂ ਹੈ। ਜਦੋਂ ਇਹ ਹਾਲਤ ਹੋਵੇ, ਅਮਿਤ ਸ਼ਾਹ ਨੂੰ ਕੌਣ ਨਹੀਂ ਜਾਣਦਾ ਕਿ ਉਹਨਾਂ ਦੀ ਬੈਕਗ੍ਰਾਉਂਡ ਕੌਣ ਆ? ਯੋਗੀ ਆਦਿੱਤਿਆਨਾਥ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੀ ਬੈਕਗ੍ਰਾਉਂਡ ਕੌਣ ਆ? ਤੇ ਚਲੋ ਆਪਾਂ ਜਨਰਲ ਗੱਲ ਪ੍ਰੋਫੈਸਰ ਨਾ ਆਪਾਂ ਪ੍ਰੋਫੈਸਰ ਸਾਹਿਬ ਆਪਾਂ ਮੁੱਦੇ ਤੇ ਕਿੰਨੇ ਮਾੜੇ ਹੋਣ, ਨਾ ਮੈਂ ਕਹਿ ਰਿਹਾ ਕਿਉਂ ਇਹ ਸਾਰਾ ਵਾਪਰਿਆ, ਕਿਉਂ ਨਹੀਂ ਇਹਨੂੰ ਰੋਕ ਲੱਗ ਰਹੀ, ਕਿਉਂ ਇਹ ਲੋਕਾਂ ਦਾ ਗੁੱਸਾ ਇੰਨਾ ਵਧਿਆ? ਜੇ ਕਿਤੇ ਇੱਕ ਇੰਡੀਵਿਜੂਅਲ ਦਾ ਕੰਮ ਹੋਵੇ ਅਲੱਗ ਗੱਲ ਆ, ਜਦੋਂ ਸਾਰਾ ਆਵਾ ਉਤ ਜਾਏ, ਜਦੋਂ ਸਾਰੇ ਸਿਸਟਮ ਤੋਂ ਲੋਕਾਂ ਦਾ ਭਰੋਸਾ ਉੱਠ ਜਾਏ ਤਾਂ ਬਗਾਵਤਾਂ ਹੁੰਦੀਆਂ, ਤਾਂ ਲੋਕ ਇਸ ਤਰ੍ਹਾਂ ਕਰਦੇ ਆ। ਹੁਣ ਦੇਖੋ ਇਹ ਬੈਠੇ ਬੜੇ ਸਿਆਣੇ ਆ, ਇਹ ਕਹਿੰਦੇ ਜੀ ਹਜ਼ਾਰਾਂ ਬੰਦਿਆਂ 'ਚ ਕਿਸੇ ਦੀ ਜ਼ਰੂਰਤ ਨਹੀਂ। ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ? ਗੱਡੀਆਂ ਤੇ ਜਾਂਦੀਆਂ ਦਿਖ ਰਹੀਆਂ, ਕੁਚਲੇ ਹੋਏ ਬੰਦੇ ਡਿੱਗਦੇ ਦਿਖ ਰਹੇ ਆ, ਉਹ ਗੱਡੀਆਂ। 1 ਮਿੰਟ, ਬੰਦੇ 300-400 ਗਏ, ਉਹਨਾਂ ਨੂੰ ਦੱਸਤਾ ਗਿਆ ਕਿ ਹੁਣ ਇੱਥੇ ਹੈਲੀਕਾਪਟਰ ਡਿਪਟੀ ਚੀਫ ਮਿਨਿਸਟਰ ਦਾ ਨਹੀਂ ਉਤਰਨਾ, ਉਹ ਘਰ ਨੂੰ ਵਾਪਸ ਆ ਰਹੇ ਆ, ਉਹ ਕੋਈ ਬਾਈਟਾਂ ਦੇ ਰਿਹਾ, ਕੋਈ ਕੁਛ ਕਰ ਰਿਹਾ, ਬਿਲਕੁਲ ਥੋੜੇ ਜਿਹੇ ਬੰਦੇ ਸੜਕ ਦੇ ਵਿੱਚੋਂ ਦੀ ਕੁਚਲ ਕੇ ਗੱਡੀਆਂ ਨਿਕਲ ਗਈਆਂ। ਇਹ ਜਿਹੜੀ ਇਹ ਹੁਣ ਜੱਗ ਜਾ ਰਿਹਾ, ਇਹਦੇ ਤੇ ਸਮਾਜ ਨਹੀਂ ਹੈਗੀ। ਸਵਾਲ ਇਹ ਹੈ, ਬਿਲਕੁਲ ਇਹ ਗੱਲ ਕਹਿਣਾ ਕਿ ਜਿਸ ਪੱਧਰ ਦੀ ਬੇਭਰੋਸਗੀ ਰਾਜਨੀਤਿਕ ਲੋਕਾਂ ਦੇ ਉੱਤੇ ਲੋਕਾਂ ਨੂੰ ਹੋ ਗਈ ਹੈ, ਇਹ ਰਾਜਨੀਤਿਕ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਦੁਬਾਰਾ ਭਰੋਸਾ ਜਿਹੜਾ ਲੋਕਾਂ ਦਾ ਲੈਣ, ਉਹਦੇ ਲਈ ਕੋਈ ਐਕਸ਼ਨ ਲੈਣਾ ਪਊ। ਜੀ ਪ੍ਰੋਫੈਸਰ ਜਾਨੀ ਸਾਹਿਬ, ਸਮਾਂ ਵੀ ਨਹੀਂ ਹੈ ਪਰ ਆਪਣੇ ਕਮੈਂਟ ਜ਼ਰੂਰ ਦਿਓ ਸੰਖੇਪ ਦੇ ਵਿੱਚ। ਪ੍ਰੋਫੈਸਰ ਦਾ ਕਹਿਣਾ ਕਿ ਭਰੋਸਾ ਜਿੱਤਣ ਲਈ ਜ਼ਰੂਰੀ ਹੈ ਕਿ ਦੂਸਰੀ ਕਾਰਵਾਈ। ਪ੍ਰੋਫੈਸਰ ਸਾਹਿਬ ਐਲੀਗੇਸ਼ਨ ਬਹੁਤ ਹੋ ਗਏ। ਪ੍ਰੋਫੈਸਰ ਸਾਹਿਬ ਕਹਿੰਦੇ ਨੇ ਸਾਰੇ ਮਾੜੇ ਨੇ। ਪ੍ਰੋਫੈਸਰ ਸਾਹਿਬ, ਪ੍ਰਜਾਤੰਤਰ ਦੇ ਵਿੱਚ ਰਾਜ ਹੈ, ਜਿਹਨੂੰ ਵੋਟ ਚੁਣ ਦਿੰਦਾ ਨਾ ਉਹ ਮਾੜਾ ਨਹੀਂ ਹੁੰਦਾ, ਜਿਹਨੂੰ ਵੋਟਾਂ ਨਾਲ ਬਣ ਕੇ ਆਂਦਾ ਨਾ ਮਾੜਾ ਨਹੀਂ ਹੁੰਦਾ, ਉਹਨੂੰ ਲੋਕ ਆਪਾਂ ਉਸ ਮੁੱਦੇ ਦੇ ਉਹ ਲੋਕਾਂ ਦੀ ਸੇਵਾ ਕਰਦਾ। ਐਵੇਂ ਨਹੀਂ ਕੋਈ ਚੁਣਦਾ ਕਿਸੇ ਨੂੰ, ਤੁਹਾਡੀ ਕੋਈ ਸਾਡੀ ਉਹ ਤਾਂ ਲੋਕ ਚੁਣਦੇ ਨੇ। ਓਕੇ ਥੈਂਕ ਯੂ ਲੰਮੀਆਂ ਗੱਲਾਂ ਜਾਨੀ ਜੀ, ਪਰ ਇੱਕ ਲਾਈਨ ਦਾ ਕਮੈਂਟ ਮੈਂ ਜ਼ਰੂਰ ਤੁਹਾਡੇ ਕੋਲੋਂ। ਓਕੇ ਪ੍ਰੋਫੈਸਰ ਲੋਕਾਂ ਨੇ ਚੁਣਿਆ ਸੀ ਜਿਆਣੀ ਜੀ, ਜੀ ਮੈਂ ਇਹ ਗੱਲ ਕਹਿ ਰਿਹਾ ਥੈਂਕ ਯੂ ਵੈਰੀ ਮਚ, ਨੂੰ ਵੀ ਲੋਕਾਂ ਨੇ ਚੁਣਿਆ ਸੀ। ਥੈਂਕ ਯੂ ਵੈਰੀ ਮਚ। ਸੋਹੇ ਸਾਹਿਬ, ਲਾਸਟ ਕਮੈਂਟ ਇਸ ਮੁੱਦੇ ਤੇ ਇਨਸਾਫ ਦੀ ਗੱਲ ਕਰਦੇ ਆ ਤੇ ਜਾਨੀ ਜੀ ਦਾ ਕਹਿਣਾ ਕਿ ਇਨਸਾਫ ਤਾਂ ਮਿਲਣਾ ਚਾਹੀਦਾ ਹੈ, ਪਰ ਜੇ ਮੌਤ ਜਾਂ ਪੀੜ ਇੱਕ ਪਾਸੇ ਇਕੱਠੀ ਹੋ ਜੇ ਤਾਂ ਇਕੱਲਾ ਇੱਕ ਪਾਸੇ ਦੋਸ਼ ਵੀ ਨਹੀਂ ਹੋ ਸਕਦਾ, ਦੂਜੇ ਪਾਸੇ ਵੀ ਦੇਖਣ ਦੀ ਲੋੜ ਹੈ। ਇਸੇ ਕਰਕੇ ਅਸੀਂ ਕਹਿੰਦੇ ਆ ਜੀ ਕਿ ਸਰਕਾਰ ਨੂੰ ਆਪਣੀ ਅੜੀ ਤੇ ਆਪਣਾ ਹੰਕਾਰ ਤਿਆਗ ਕੇ ਸਰਕਾਰ ਨੂੰ ਇਨਸਾਫ ਕਰਨਾ ਚਾਹੀਦਾ ਹੈਗਾ। ਅਗਰ ਉਹ ਸੁਪਰੀਮ ਕੋਰਟ ਦੇ ਜੱਜ ਤੋਂ ਇਨਕੁਆਇਰੀ ਕਰਵਾ ਦੇਣਗੇ, ਤਫਤੀਸ਼ ਕਰਵਾ ਦੇਣਗੇ ਤਾਂ ਇਨਸਾਫ ਲੋਕਾਂ ਦੇ ਨੂੰ ਮਿਲ ਜਾਏਗਾ ਤੇ ਲੋਕ ਵੀ ਜਿਹੜੇ ਹੈਗੇ ਨੇ ਉਹ ਸਰਕਾਰ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਪੈਦਾ ਹੋਏਗਾ। ਇਸ ਕਰਕੇ ਜਿਹੜਾ ਹੈਗਾ ਜਾਨੀ ਸਾਹਿਬ, ਇਹ ਬਹੁਤ ਹੀ ਵੱਡਾ ਕੰਮ ਹੋਇਆ ਹੈ, ਬਹੁਤ ਵੱਡਾ ਧੱਕਾ ਹੋਇਆ ਲੋਕਾਂ ਨਾਲ, ਇਹਨੂੰ ਜਿਹੜਾ ਹੈਗਾ ਇਨਸਾਫ ਲੋਕਾਂ ਨਾਲ ਦੇਣਾ ਬਹੁਤ ਜ਼ਰੂਰੀ ਹੈਗਾ। ਜੀ ਬਹੁਤ ਧੰਨਵਾਦ ਜਾਨੀ ਜੀ, ਸੋਹੇ ਸਾਹਿਬ, ਪ੍ਰੋਫੈਸਰ ਮਨਜੀਤ ਸਿੰਘ। ਲਖੀਮਪੁਰ ਦੀ ਮੰਦਭਾਗੀ ਘਟਨਾ ਇੱਕ ਮਾਨਵੀ ਸੁਨੇਹਾ ਕਿ ਕਾਨੂੰਨ ਤੋਂ ਕੋਈ ਵੀ ਉੱਪਰ ਨਹੀਂ ਹੈ, ਚਾਹੇ ਇਸ ਦੇਸ਼ ਦਾ ਕੇਂਦਰ 'ਚ ਬੈਠਾ ਕੋਈ ਗ੍ਰਹਿ ਮੰਤਰੀ ਹੋਵੇ ਜਾਂ ਉਸਦਾ ਬੇਟਾ ਹੋਵੇ। ਦੇਸ਼ ਭਰ 'ਚੋਂ ਜਿਹੜੀ ਬੁਲੰਦ ਆਵਾਜ਼ ਇਹ ਉੱਠ ਰਹੀ ਹੈ ਕਿ ਕਿਸਾਨ ਤਾਂ ਸ਼ਹਾਦਤ ਪਾ ਗਏ, ਪਰ ਦੇਸ਼ ਕਹਿ ਰਿਹਾ ਕਿ ਇਸ ਮੁੱਦੇ ਤੇ ਪੀੜਤ ਪਰਿਵਾਰਾਂ ਨੂੰ, ਕਿਸਾਨਾਂ ਨੂੰ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਹੈ। ਉਮੀਦ ਕਰਦੇ ਹਾਂ ਕਿ ਆਵਾਜ਼ ਜਿਹੜੀ ਹੈਗੀ ਹੈ ਕੇਂਦਰ 'ਚ ਬੈਠੇ ਸਰਕਾਰ ਤੇ ਸੱਤਾ ਦਾ ਆਨੰਦ ਮਾਣ ਰਹੇ ਲੋਕਾਂ ਦੇ ਕੰਨਾਂ 'ਚ ਵੀ ਜ਼ਰੂਰ ਗੂੰਜੇਗੀ। ਇੱਕ ਵਾਰ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ
ਤੇ ਇਸ ਦੇ ਨਾਲ ਹੀ ਮੈਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।